ਜਸਬੀਰ ਭੁੱਲਰ ਦੀ ਪੁਸਤਕ ਦੀ ਅਖੀਰਲੀ ਕਹਾਣੀ ਬਿਸਕੁਟੀ ਕੁੱਤੀ ਤੇ ਪੰਜਵਾਂ ਕਤੂਰਾ। ਭਾਗ 1। ਇੱਕ ਬਿਸਕੁਟੀ ਕੁੱਤੀ ਸੀ। ਉਸ ਕੁੱਤੀ ਦਾ ਕੋਈ ਨਾਂ ਨਹੀਂ ਸੀ। ਗਲੀਆਂ 'ਚ ਤੁਰੇ ਫਿਰਨ ਵਾਲੇ ਕਿਸੇ ਵੀ ਕੁੱਤੇ ਕੁੱਤੀ ਦਾ ਕੋਈ ਨਾਂ ਨਹੀਂ ਹੁੰਦਾ। ਪਿੰਡ ਦੇ ਬਾਹਰ ਇੱਕ ਢੱਠਾ ਹੋਇਆ ਮਕਾਨ ਸੀ। ਬਿਸਕੁਟੀ ਕੁੱਤੀ ਉਸ ਖੰਡਰ ਹੋਏ ਮਕਾਨ ਦੇ ਖੋਲਿਆਂ 'ਚ ਘੁੰਮ ਰਹੀ ਸੀ। ਉਹ ਖੰਡਰ ਮਕਾਨ ਬਿਸਕੁਟੀ ਕੁੱਤੀ ਦਾ ਘਰ ਨਹੀਂ ਸੀ। ਉਸ ਪਿੰਡ ਵਿੱਚ ਕਿਧਰੇ ਵੀ ਉਹਦਾ ਕੋਈ ਘਰ ਨਹੀਂ ਸੀ। ਉਸ ਪਿੰਡ ਵਿੱਚ ਹੋਰ ਵੀ ਅਵਾਰਾ ਕੁੱਤੇ ਕੁੱਤੀਆਂ ਸਨ। ਉਹਨਾਂ ਦਾ ਵੀ ਕੋਈ ਘਰ ਨਹੀਂ ਸੀ। ਗਲੀਆਂ ਵਿੱਚ ਤੁਰੇ ਫਿਰਦੇ ਕੁੱਤੇ ਕੁੱਤੀਆਂ ਦਾ ਕੋਈ ਘਰ ਨਹੀਂ ਹੁੰਦਾ। ਢੱਠੇ ਮਕਾਨ ਦੇ ਖੰਡਰਾਂ ਵਿੱਚ ਬਿਸਕੁਟੀ ਕੁੱਤੀ ਨੂੰ ਕੰਧਾਂ ਦਾ ਓਹਲਾ ਲੱਭ ਪਿਆ। ਖੋਲੇ ਦੇ ਇੱਕ ਖੂੰਜੇ ਵਿੱਚ ਉਹ ਅਗਲੇ ਪੰਜਿਆਂ ਨਾਲ ਮਿੱਟੀ ਪੁੱਟਣ ਲੱਗ ਪਈ। ਪੁੱਟੀ ਹੋਈ ਮਿੱਟੀ ਕੁਝ ਸਿੱਲੀ ਸੀ। ਉਹ ਠੰਡੀ ਮਿੱਟੀ ਉੱਤੇ ਬੈਠ ਗਈ ਤੇ ਅੱਖਾਂ ਮੀਟ ਲਈਆਂ। ਬਿਸਕੁਟੀ ਕੁੱਤੀ ਥੱਕ ਗਈ ਸੀ। ਉਹ ਚਿਰ ਤੱਕ ਸਿੱਲੀ ਮਿੱਟੀ ਉੱਤੇ ਬੈਠੀ ਰਹੀ। ਉੱਥੇ ਬੈਠੀ ਬੈਠੀ ਨੂੰ ਭੁੱਖ ਲੱਗ ਗਈ। ਉਹ ਉੱਠ ਕੇ ਪਿੰਡ ਵੱਲ ਤੁਰ ਪਈ। ਇੱਕ ਘਰ ਦਾ ਬੂਹਾ ਖੁੱਲ੍ਹਾ ਹੋਇਆ ਸੀ। ਉਹ ਖੁੱਲ੍ਹੇ ਬੂਹੇ ਦੇ ਸਾਹਮਣੇ ਜਾ ਕੇ ਖਲੋ ਗਈ। ਘਰ ਦੀ ਸੁਆਣੀ ਨੇ ਉਹਨੂੰ ਛਿਚਕਾਰ ਕੇ ਉੱਥੋਂ ਨਸਾ ਦਿੱਤਾ। ਬਿਸਕੁਟੀ ਕੁੱਤੀ ਨੇ ਇੱਕ ਹੋਰ ਖੁੱਲ੍ਹਾ ਬੂਹਾ ਲੱਭ ਲਿਆ। ਉੱਥੋਂ ਵੀ ਉਹਨੂੰ ਰੋਟੀ ਨਹੀਂ ਮਿਲੀ। ਉਹ ਅਗਲੀ ਗਲੀ ਵੱਲ ਤੁਰ ਪਈ। ਇੱਕ ਇੱਕ ਕਰਕੇ ਉਹ ਕਈ ਬੂਹਿਆਂ ਤੱਕ ਗਈ। ਆਖਰਕਾਰ ਇੱਕ ਘਰ ਨੇ ਉਹਦੇ ਅੱਗੇ ਬੇਹੀ ਰੋਟੀ ਰੱਖ ਦਿੱਤੀ। ਉਹਨੇ ਚਿੱਥ ਕੇ ਰੋਟੀ ਨਿਗਲੀ। ਉਹਦੀ ਭੁੱਖ ਪੂਰੀ ਨਹੀਂ ਸੀ ਹੋਈ। ਖਾਣ ਲਈ ਉਹਨੂੰ ਇੱਕ ਰੋਟੀ ਹੋਰ ਚਾਹੀਦੀ ਸੀ, ਪਰ ਉਸ ਇੱਕ ਰੋਟੀ ਲਈ ਉਹਨੂੰ ਕਈ ਘਰ ਗਾਉਣੇ ਪੈਣੇ ਸਨ। ਬਿਸਕੁਟੀ ਕੁੱਤੀ ਦੇ ਮਨ ਵਿੱਚ ਪਤਾ ਨਹੀਂ ਕੀ ਆਈ। ਉਹ ਉੱਥੇ ਹੀ ਆਪਣੇ ਖੰਡਰਾਂ ਵੱਲ ਮੁੜ ਪਈ। ਭਾਗ 2। ਢੱਠੇ ਹੋਏ ਮਕਾਨ ਦੇ ਉਸ ਖੋਲੇ ਵਿੱਚ ਬਿਸਕੁਟੀ ਕੁੱਤੀ ਨੇ ਕਤੂਰਿਆਂ ਨੂੰ ਜਨਮ ਦਿੱਤਾ। ਕਤੂਰੇ 5 ਸਨ। ਉਹ ਸਾਰਾ ਦਿਨ ਅੱਖਾਂ ਮੀਟੀ ਕੁਰ ਚੂੰ ਚੂੰ ਦੀਆਂ ਆਵਾਜ਼ਾਂ ਕੱਢਦੇ ਰਹਿੰਦੇ ਸਨ। ਉਹ ਕੁਰਬਲ ਦਾ ਪ੍ਰਭਾਵ ਦਿੰਦੇ ਸਨ ਤੇ ਹਰ ਵੇਲੇ ਇੱਕ ਦੂਜੇ 'ਚ ਘੁਸ ਕੇ ਰਹਿੰਦੇ ਸਨ। ਮਾਂ ਕੋਲ ਹੁੰਦੀ ਤਾਂ ਕਤੂਰੇ ਉਹਦੇ ਥਣਾਂ ਨੂੰ ਚੰਬੜ ਕੇ ਦੁੱਧ ਚੁੰਗਣ ਲੱਗ ਪੈਂਦੇ। ਬਿਸਕੁਟੀ ਕੁੱਤੀ ਪਿੰਡ ਦਾ ਗੇੜਾ ਦੇ ਕੇ ਪਰਤੀ। ਉਹਨੇ ਮਮਤਾਵਾਨ ਹੋ ਕੇ ਆਪਣੇ ਕਤੂਰਿਆਂ ਵੱਲ ਵੇਖਿਆ। ਸਾਰੇ ਕਤੂਰੇ ਇੱਕ ਤੋਂ ਇੱਕ ਵੱਧ ਸੋਹਣੇ ਸਨ। ਇੱਕ ਕਤੂਰਾ ਚਿੱਟਾ ਸੀ। ਦੂਸਰੇ ਕਤੂਰੇ ਦੇ ਚਿੱਟੇ ਰੰਗ ਉੱਤੇ 2 ਬਿਸਕੁਟੀ ਡੱਬ ਸਨ। ਤੀਸਰਾ ਕਤੂਰਾ ਪੂਰਾ ਬਿਸਕੁਟੀ ਸੀ। ਚੌਥਾ ਕਤੂਰਾ ਭੂਸੜਾ ਸੀ। ਪੰਜਵਾਂ ਕਤੂਰਾ ਡੱਬ ਖੜੱਬਾ ਸੀ, ਨਿੱਕੇ ਨਿੱਕੇ ਡੱਬਾਂ ਨਾਲ ਢਕਿਆ ਹੋਇਆ। ਇਹਨਾਂ ਸਾਰੇ ਕਤੂਰਿਆਂ ਦੀਆਂ ਅੱਖਾਂ ਬੰਦ ਸਨ। ਉਸ ਵੇਲੇ ਉਹ ਅੱਖਾਂ ਖੋਲ੍ਹ ਨਹੀਂ ਸਨ ਸਕਦੇ। ਕੁਝ ਦਿਨਾਂ ਬਾਅਦ ਉਹਨਾਂ ਦੀਆਂ ਅੱਖਾਂ ਆਪੇ ਖੁੱਲ੍ਹ ਜਾਣੀਆਂ ਸਨ। ਆਲੇ ਦੁਆਲੇ ਦਾ ਸੰਸਾਰ ਉਹਨਾਂ ਉਦੋਂ ਹੀ ਵੇਖਣਾ ਸੀ। ਭਾਗ 3। ਕੁਝ ਦਿਨਾਂ ਪਿੱਛੋਂ ਕਤੂਰਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹਨਾਂ ਹੈਰਾਨ ਹੋ ਕੇ ਚੁਫੇਰੇ ਵੇਖਿਆ। ਚੁਫੇਰੇ ਢੱਠੀਆਂ ਕੰਧਾਂ, ਰੁੱਖ ਝਾੜੀਆਂ ਤੇ ਮਲਬੇ ਦੇ ਨਿੱਕੇ ਵੱਡੇ ਢੇਰ ਸਨ। ਉਹਨਾਂ ਉਤਾਂ ਵੇਖਿਆ। ਉੱਪਰ ਅਸਮਾਨ ਸੀ। ਰਾਤ ਹੋਈ ਤਾਂ ਅਸਮਾਨ ਉੱਤੇ ਤਾਰੇ ਟਿਮ ਟਿਮ ਕਰਨ ਲੱਗ ਪਏ। ਫਿਰ ਚੰਨ ਵੀ ਚੜ੍ਹਿਆ। ਕਤੂਰਿਆਂ ਨੂੰ ਆਪਣੀ ਦੁਨੀਆ ਸੋਹਣੀ ਲੱਗੀ। ਕਤੂਰੇ ਰੱਜੇ ਹੋਏ ਸਨ। ਉਹ ਛੇਤੀ ਹੀ ਸੌਂ ਗਏ। ਬਿਸਕੁਟੀ ਕੁੱਤੀ ਭੁੱਖੀ ਸੀ। ਉਸ ਦਿਨ ਉਹਨੂੰ ਕਿਸੇ ਬੂਹੇ ਤੋਂ ਵੀ ਖੈਰ ਨਹੀਂ ਸੀ ਮਿਲੀ। ਉਹਦੇ ਨਾਲ ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਹੋਇਆ ਸੀ। ਉਹਨੇ ਸੁੱਤੇ ਪਏ ਲਾਡਲਿਆਂ ਵੱਲ ਵੇਖਿਆ ਤੇ ਫਿਰ ਚੰਨ ਵੱਲ। ਬਿਸਕੁਟੀ ਕੁੱਤੀ ਨੂੰ ਚੰਨ ਰੋਟੀ ਵਰਗਾ ਲੱਗਾ, ਪੂਰਾ ਗੋਲ। ਫਿਰ ਉਹਨੂੰ ਜਾਪਿਆ ਚੰਨ ਦੁੱਧ ਦਾ ਭਰਿਆ ਹੋਇਆ ਛੰਨਾ ਹੈ। ਦੁੱਧ ਦਾ ਭਰਿਆ ਹੋਇਆ ਉਹ ਛੰਨਾ ਬਿਸਕੁਟੀ ਕੁੱਤੀ ਪੀ ਨਹੀਂ ਸੀ ਸਕਦੀ। ਉਹ ਛੰਨਾ ਉਹਦੀ ਪਹੁੰਚ ਤੋਂ ਬਹੁਤ ਦੂਰ ਸੀ। ਉਹਨੇ ਆਪਣੇ ਕਤੂਰਿਆਂ ਵੱਲ ਵੇਖਿਆ। ਉਹਨੂੰ ਆਪਣੇ ਕਤੂਰਿਆਂ ਉੱਤੇ ਪਿਆਰ ਆਇਆ। ਜਦੋਂ ਤੱਕ ਬਿਸਕੁਟੀ ਕੁੱਤੀ ਸੀ, ਉਹਦੇ ਕਤੂਰੇ ਭੁੱਖੇ ਨਹੀਂ ਰਹਿਣਗੇ। ਉਸ ਨੂੰ ਇਸ ਗੱਲ ਦੀ ਤਸੱਲੀ ਸੀ। ਉਹਨੇ ਅੱਖਾਂ ਮੀਟ ਲਈਆਂ ਤੇ ਸੌਣ ਦਾ ਯਤਨ ਕੀਤਾ। ਭਾਗ 4। ਉਹਨਾਂ ਦੀਆਂ ਅੱਖਾਂ ਭਾਵੇਂ ਖੁੱਲ੍ਹ ਚੁੱਕੀਆਂ ਸਨ, ਪਰ ਕਤੂਰੇ ਬਹੁਤ ਨਿੱਕੇ ਸਨ ਅਜੇ। ਉਹ ਚੰਗੀ ਤਰ੍ਹਾਂ ਤੁਰ ਨਹੀਂ ਸਨ ਸਕਦੇ। ਉਹ ਕੁਝ ਦੂਰ ਤੱਕ ਤੁਰਦੇ ਸਨ ਤੇ ਡਿੱਗ ਪੈਂਦੇ ਸਨ। ਉਹ ਫਿਰ ਉੱਠ ਕੇ ਤੁਰ ਪੈਂਦੇ ਸਨ ਤੇ ਫਿਰ ਡਿੱਗ ਪੈਂਦੇ ਸਨ। ਕਤੂਰੇ ਹਾਰ ਨਹੀਂ ਸਨ ਮੰਨਦੇ। ਉਹਨਾਂ ਨੂੰ ਆਪਣੇ ਡਿੱਗਣ ਬਾਰੇ ਵੀ ਸਮਝ ਨਹੀਂ ਸੀ। ਉਹ ਡੋਲਦੇ ਪੈਰਾਂ ਨਾਲ ਸਾਰੀ ਦੁਨੀਆ ਵੇਖ ਲੈਣਾ ਚਾਹੁੰਦੇ ਸਨ। ਉਹਨਾਂ ਕਤੂਰਿਆਂ ਦਾ ਜਿੱਧਰ ਵੀ ਮੂੰਹ ਹੁੰਦਾ ਸੀ, ਉੱਧਰ ਹੀ ਤੁਰ ਪੈਂਦੇ ਸਨ। ਕਤੂਰੇ 4 ਦਿਸ਼ਾਵਾਂ ਵਿੱਚ ਫੈਲ ਜਾਂਦੇ ਸਨ।
ਬਿਸਕੁਟੀ ਕੁੱਤੀ ਕਤੂਰਿਆਂ ਪਿੱਛੇ ਨੱਸਦੀ। ਉਹ ਇੱਕ ਇੱਕ ਕਰਕੇ ਉਹਨਾਂ ਨੂੰ ਮੂੰਹ ਵਿੱਚ ਚੁੱਕਦੀ ਤੇ ਢੱਠੇ ਹੋਏ ਮਕਾਨ ਦੇ ਉਸੇ ਖੁੰਝੇ 'ਚ ਲਿਆ ਸੁੱਟਦੀ। ਕਤੂਰੇ ਉੱਠ ਕੇ ਮੁੜ ਤੁਰ ਪੈਂਦੇ। ਬਿਸਕੁਟੀ ਕੁੱਤੀ ਦਾ ਦਿਨ ਕਤੂਰਿਆਂ ਨੂੰ ਇਕੱਠਿਆਂ ਕਰਨ ਵਿੱਚ ਹੀ ਬੀਤ ਜਾਂਦਾ। ਕਤੂਰੇ ਜਿਉਂ-ਜਿਉਂ ਵੱਡੇ ਹੋ ਰਹੇ ਸਨ, ਬਿਸਕੁਟੀ ਕੁੱਤੀ ਲਈ ਉਹਨਾਂ ਨੂੰ ਸਾਂਭਣ ਦਾ ਕੰਮ ਔਖਾ ਹੋਈ ਜਾ ਰਿਹਾ ਸੀ। ਉਸ ਦਿਨ ਕੁੱਤੀ ਰੋਟੀ ਲੱਭਣ ਪਿੰਡ ਗਈ ਹੋਈ ਸੀ। ਇੱਕ ਖੁੱਲ੍ਹੇ ਬੂਹੇ ਵਾਲਿਆਂ ਨੇ ਉਹਨੂੰ ਖੈਰ ਪਾ ਦਿੱਤੀ। ਉਹ ਭੋਜਨ ਮੁਕਾ ਕੇ ਵਾਪਸ ਮੁੜ ਆਈ। ਢੱਠੇ ਹੋਏ ਮਕਾਨ ਵਿੱਚ ਚੁੱਪ ਪਸਰੀ ਹੋਈ ਸੀ। ਖੂੰਜਾ ਸੁੰਨਿਆ ਸੀ। ਬਿਸਕੁਟੀ ਕੁੱਤੀ ਨੂੰ ਵਾਪਸ ਆਉਂਦਿਆਂ ਦੇਰ ਹੋ ਗਈ ਸੀ। ਕਤੂਰਿਆਂ ਨੂੰ ਇੱਧਰ ਉੱਧਰ ਜਾਣ ਤੋਂ ਰੋਕਣ ਵਾਲਾ ਕੋਈ ਨਹੀਂ ਸੀ। ਉਹ ਆਪ ਮੁਹਾਰੇ ਹੋ ਕੇ ਤੁਰ ਗਏ ਸਨ। ਉਨੀ ਪੈਰੀ ਹੀ ਵਾਪਸ ਮੁੜ ਗਈ। ਭਾਗ 5। ਉਸ ਦਿਨ ਆਪ ਖੁਦਰੇ ਕਤੂਰੇ ਢੱਠੇ ਹੋਏ ਮਕਾਨ ਦੀ ਹੱਦ ਤੋਂ ਵੀ ਬਾਹਰ ਚਲੇ ਗਏ ਸਨ। ਚਿੱਟਾ ਕਤੂਰਾ ਇੱਕ ਰੂੜੀ ਦੇ ਢੇਰ ਉੱਤੇ ਚੜਿਆ ਹੋਇਆ ਸੀ। ਉਸ ਕਤੂਰੇ ਲਈ ਰੂੜੀ ਪਹਾੜ ਜਿੱਡੀ ਉੱਚੀ ਸੀ। ਉਸ ਉੱਚੇ ਪਹਾੜ ਦੀ ਟੀਸੀ ਤੋਂ ਦੁਨੀਆ ਵੇਖ ਰਿਹਾ ਸੀ। ਚਿੱਟਾ ਕਤੂਰਾ ਉਸ ਪਹਾੜ ਤੋਂ ਹੇਠਾਂ ਰਿੜ ਪਿਆ। ਉਹ ਉੱਠਿਆ ਤੇ ਮੁੜ ਪਹਾੜ ਉੱਤੇ ਚੜਨ ਲੱਗ ਪਿਆ। ਉਹ ਕਈ ਵਾਰੀ ਉੱਤੋਂ ਰਿੜ ਕੇ ਹੇਠਾਂ ਆਇਆ ਸੀ ਤੇ ਮੁੜ ਰੂੜੀ ਦੀ ਚੜ੍ਹਾਈ ਚੜਨ ਲੱਗ ਪੈਂਦਾ ਸੀ। ਰੂੜੀ ਉੱਤੇ ਚੜ੍ਹਨਾ ਤੇ ਟੀਸੀ ਤੋਂ ਰਿੜ ਪੈਣਾ ਚਿੱਟੇ ਕਤੂਰੇ ਦੀ ਖੇਡ ਹੋ ਗਈ ਸੀ ਸ਼ਾਇਦ। ਭੂਸਲਾ ਕਤੂਰਾ ਹਰੇ ਭਰੇ ਖੇਤਾਂ ਵੱਲ ਤੁਰਿਆ ਫਿਰਦਾ ਸੀ। ਉਹ ਇੱਕ ਟਿੱਡੇ ਨੂੰ ਫੜਨ ਲਈ ਭੁੜਕ ਰਿਹਾ ਸੀ ਤੇ ਉਹ ਕਤੂਰਾ ਜਿਹੜਾ ਪੂਰਾ ਬਿਸਕੁਟੀ ਸੀ, ਇੱਕ ਖਾਲ ਟੱਪਣ ਲੱਗਾ ਡਿੱਗ ਪਿਆ ਸੀ। ਉਹ ਖਾਲ ਦੇ ਚਿੱਕੜ ਨਾਲ ਲਿਪੜ ਗਿਆ ਸੀ। ਉਸਦਾ ਬਿਸਕੁਟੀ ਰੰਗ ਚਿੱਕੜ ਦੇ ਰੰਗ ਵਰਗਾ ਹੀ ਦਿਸਣ ਲੱਗ ਪਿਆ ਸੀ। ਉਹ ਖਾਲ ਵਿੱਚੋਂ ਬਾਹਰ ਨਿਕਲਣ ਦੇ ਯਤਨ 'ਚ ਬਾਰ-ਬਾਰ ਖਾਲ ਵਿੱਚ ਡਿੱਗ ਪੈਂਦਾ ਸੀ। ਚੌਥਾ ਕਤੂਰਾ ਇੱਕ ਝਾੜੀ 'ਚ ਫਸਿਆ ਹੋਇਆ ਸੀ। ਉਹ ਝਾੜੀ ਵਿੱਚੋਂ ਬਾਹਰ ਆਉਣਾ ਚਾਹੁੰਦਾ ਸੀ, ਪਰ ਹੋਰ ਜ਼ਿਆਦਾ ਉਲਝ ਜਾਂਦਾ ਸੀ। ਬਿਸਕੁਟੀ ਕੁੱਤੀ ਆਪਣੇ ਲਾਡਲਿਆਂ ਨੂੰ ਇਕੱਠੇ ਕਰਨ ਲੱਗ ਪਈ। ਜਿਹੜਾ ਕਤੂਰਾ ਵੀ ਲੱਭ ਪੈਂਦਾ ਉਹ ਮੂੰਹ ਵਿੱਚ ਚੁੱਕ ਲੈਂਦੀ ਤੇ ਢੱਠੇ ਮਕਾਨ ਦੇ ਖੋਲੇ ਵੱਲ ਤੁਰ ਪੈਂਦੀ। ਕਤੂਰੇ ਦੇ ਭਾਰ ਨਾਲ ਉਹਦੀਆਂ ਬਾਚੀਆਂ ਥੱਕ ਜਾਂਦੀਆਂ ਤਾਂ ਉਹ ਕਤੂਰੇ ਨੂੰ ਭੁੰਜੇ ਰੱਖ ਦਿੰਦੀ। ਕੁਝ ਚਿਰ ਸਾਹ ਲੈਂਦੀ ਤੇ ਮੁੜ ਕਤੂਰੇ ਨੂੰ ਮੂੰਹ ਵਿੱਚ ਚੁੱਕ ਲੈਂਦੀ। ਚਿੱਕੜ ਵਿੱਚ ਲਿਬੜੇ ਹੋਏ ਕਤੂਰੇ ਨੂੰ ਚੁੱਕਣ ਦੀ ਵਾਰੀ ਆਈ ਤਾਂ ਬਿਸਕੁਟੀ ਕੁੱਤੀ ਨੇ ਉਹਨੂੰ ਪੈਰਾਂ ਨਾਲ ਧੱਕ ਕੇ ਖਾਲ ਦੇ ਨਿੱਤਰੇ ਪਾਣੀ 'ਚ ਸੁੱਟ ਦਿੱਤਾ। ਉਹਨੇ ਕਤੂਰੇ ਨੂੰ ਬਾਰ-ਬਾਰ ਪਾਣੀ ਵਿੱਚ ਡੋਬਾ ਦਿੱਤਾ। ਕਤੂਰੇ ਦਾ ਚਿੱਕੜ ਸਾਫ਼ ਹੋ ਗਿਆ। ਉਹਦਾ ਬਿਸਕੁਟੀ ਰੰਗ ਮੁੜ ਦਿਸਣ ਲੱਗ ਪਿਆ। ਉਸ ਨੂੰ ਵੀ ਬਿਸਕੁਟੀ ਕੁੱਤੀ ਨੇ ਉਸੇ ਖੂੰਜੇ 'ਚ ਜਾ ਸੁੱਟਿਆ। ਬਿਸਕੁਟੀ ਕੁੱਤੀ ਨੇ ਨਜ਼ਰਾਂ ਨਾਲ ਕਤੂਰਿਆਂ ਨੂੰ ਗਿਣਿਆ। ਕਤੂਰੇ 4 ਸਨ। 5ਵਾਂ ਕਤੂਰਾ ਕਿਧਰੇ ਵੀ ਨਹੀਂ ਸੀ। ਬਿਸਕੁਟੀ ਕੁੱਤੀ ਆਪਣੇ 5ਵੇਂ ਕਤੂਰੇ ਨੂੰ ਲੱਭਣ ਤੁਰ ਪਈ। ਉਹਨੇ ਕਈ ਗਲੀਆਂ ਕੱਛ ਲਈਆਂ, ਪਰ ਡੱਬ ਖੜੱਬੇ ਕਤੂਰੇ ਦੀ ਕਿਧਰੇ ਵੀ ਸੂਹ ਨਹੀਂ ਸੀ। ਬਿਸਕੁਟੀ ਕੁੱਤੀ ਥੱਕੀ ਹਾਰੀ ਖੋਲੇ ਵਿੱਚ ਪਰਤ ਆਈ। ਚਾਰੇ ਕਤੂਰੇ ਸ਼ਾਂਤ ਸਨ। ਉਹਨਾਂ ਨੂੰ ਵੀ ਜਿਵੇਂ ਖੁੜਕ ਗਈ ਸੀ ਕਿ ਕਿਧਰੇ ਕੁਝ ਗਲਤ ਹੋ ਗਿਆ। ਬਿਸਕੁਟੀ ਕੁੱਤੀ ਨੇ ਇੱਕ ਵਾਰ ਆਪਣੇ ਕਤੂਰਿਆਂ ਵੱਲ ਵੇਖਿਆ ਤੇ ਫਿਰ ਲੱਤਾਂ ਵਿੱਚ ਸਿਰ ਦੇ ਲਿਆ। ਬਿਸਕੁਟੀ ਕੁੱਤੀ ਜਾਣਦੀ ਸੀ ਕਤੂਰਿਆਂ ਦੇ ਜੀਵਨ 'ਚ ਖਤਰੇ ਵੀ ਆਉਣਗੇ ਤੇ ਮੁਸ਼ਕਲਾਂ ਵੀ। ਉਸਨੂੰ ਪਤਾ ਸੀ ਜਿਉਣ ਤੇ ਔਖਿਆਈਆਂ ਨਾਲ ਲੜਨ ਦੀ ਜਾਚ ਉਹ ਬਿਸਕੁਟੀ ਕੁੱਤੀ ਕੋਲੋਂ ਵੀ ਸਿੱਖਣਗੇ ਤੇ ਜ਼ਿੰਦਗੀ ਕੋਲੋਂ ਵੀ। ਪਰ ਉਹਦੇ ਇੱਕ ਲਾਡਲੇ ਦਾ ਇਸ ਤਰ੍ਹਾਂ ਅਚਾਨਕ ਗੁਆਚ ਜਾਣਾ ਅਤ ਦਾ ਦੁਖਦਾਈ ਸੀ। ਬਿਸਕੁਟੀ ਕੁੱਤੀ ਉਦਾਸ ਸੀ। ਕਤੂਰਿਆਂ ਨੂੰ ਭੁੱਖ ਲੱਗੀ ਹੋਈ ਸੀ। ਉਹ ਬਿਸਕੁਟੀ ਕੁੱਤੀ ਦੇ ਥਣਾਂ ਨੂੰ ਚੰਬੜ ਕੇ ਦੁੱਧ ਪੀਣ ਲੱਗ ਪਏ। ਜਦੋਂ ਰੱਜ ਗਏ ਤਾਂ ਇੱਕ ਦੂਜੇ ਉੱਤੇ ਘੁਸਰ ਕੇ ਸੌਂ ਗਏ। ਬਿਸਕੁਟੀ ਕੁੱਤੀ ਕੁਝ ਚਿਰ ਆਪਣੇ ਲਾਡਲਿਆਂ ਨੂੰ ਵੇਖਦੀ ਰਹੀ ਤੇ ਫਿਰ ਉੱਠ ਕੇ ਖੰਡਰ ਤੋਂ ਬਾਹਰ ਵੱਲ ਨੂੰ ਤੁਰ ਪਈ। ਉਸ ਦਾ ਇਸ ਤਰ੍ਹਾਂ ਹਾਰ ਹੁੱਟ ਕੇ ਬੈਠ ਜਾਣਾ ਠੀਕ ਨਹੀਂ ਸੀ। ਕੀ ਪਤਾ ਡੱਬ ਖੜੱਬਾ ਕਤੂਰਾ ਕਿਧਰੇ ਦੂਰ ਚਲਾ ਗਿਆ ਹੋਵੇ ਤੇ ਵਾਪਸ ਆਉਣ ਵੇਲੇ ਰਾਹ ਭੁੱਲ ਗਿਆ ਹੋਵੇ। ਭਾਗ 6। ਸਕੂਲ ਪਿੰਡੋਂ ਬਾਰ-ਬਾਰ ਸੀ। ਉਹ ਸਕੂਲ 4ਥੀ ਜਮਾਤ ਤੱਕ ਸੀ। ਉਸ ਸਵੇਰ ਉਹ ਸਕੂਲ ਜਾਣ ਲਈ ਵੇਲੇ ਤੋਂ ਕੁਝ ਪਹਿਲਾਂ ਹੀ ਤਿਆਰ ਹੋ ਗਿਆ। ਉਹਨੇ ਬਸਤਾ ਚੁੱਕਿਆ ਤੇ ਤੁਰ ਪਿਆ। ਰਾਹ ਵਿੱਚ ਸੱਤਾ ਤੇ ਜੈਬਾ ਵੀ ਉਹਦੇ ਨਾਲ ਰਲ ਗਏ। ਉਹ ਤਿੰਨੇ ਬੇਲੀ ਦੂਜੀ ਜਮਾਤ 'ਚ ਪੜ੍ਹਦੇ ਸਨ। ਉਹ ਹੱਸਦੇ ਖੇਡਦੇ ਤੁਰੇ ਜਾ ਰਹੇ ਸਨ। ਉਸ ਕੱਚੇ ਰਾਹ ਦੇ ਖੇਤਾਂ ਵਾਲੇ ਪਾਸੇ ਬੀਰ ਨੂੰ ਇੱਕ ਡੱਬ ਖੜੱਬਾ ਕਤੂਰਾ ਦਿਸਿਆ। ਬੀਰ ਨੇ ਨੱਸ ਕੇ ਉਸ ਕਤੂਰੇ ਨੂੰ ਚੁੱਕ ਲਿਆ। ਉਹ ਕਤੂਰਾ ਸਭ ਤੋਂ ਪਹਿਲਾਂ ਬੀਰ ਨੇ ਹੀ ਵੇਖਿਆ ਸੀ। ਚੁੱਕਿਆ ਵੀ ਉਸੇ ਨਹੀਂ ਸੀ, ਇਸ ਲਈ ਡੱਬ ਖੜੱਬਾ ਕਤੂਰਾ ਹੁਣ ਬੀਰ ਦਾ ਹੀ ਸੀ। ਸੱਤਾ ਤੇ ਜੈਬਾ ਉਸ ਕਤੂਰੇ ਨੂੰ ਚੁੱਕ ਕੇ ਵੇਖਣਾ ਚਾਹੁੰਦੇ ਸਨ। ਉਹਨਾਂ ਦੋਹਾਂ ਨੂੰ ਵੀ ਕਤੂਰਾ ਸੋਹਣਾ ਲੱਗਿਆ ਸੀ। ਤੁਸੀਂ ਵਾਰੀ-ਵਾਰੀ ਇਹਨੂੰ ਚੁੱਕ ਕੇ ਵੇਖ ਲਵੋ ਭਾਵੇਂ, ਬੀਰ ਨੇ ਕਿਹਾ। ਕਤੂਰੇ ਨੂੰ ਪਹਿਲੋਂ ਸੱਤੇ ਨੇ ਚੁੱਕਿਆ, ਫਿਰ ਜੈਬੇ ਨੇ।
ਜੈਬੇ ਨੇ ਕਤੂਰੇ ਦੇ ਸਿਰ ਉੱਤੇ ਹੱਥ ਫੇਰਿਆ ਤੇ ਵੀਰ ਨੂੰ ਵਾਪਸ ਫੜਾਉਂਦਿਆਂ ਪੁੱਛਿਆ, ਜੇ ਤੂੰ ਇਹਨੂੰ ਪੱਕਾ ਨਹੀਂ ਰੱਖਣਾ ਤਾਂ ਮੈਂ ਰੱਖ ਲੈਣਾ ਵਾ। ਨਹੀਂ ਮਾਂ, ਕਤੂਰਾ ਇਕੱਲਾ ਹੀ ਸੀ, ਉੱਥੇ ਕਿਧਰੇ ਇਹਦੀ ਮਾਂ ਵੀ ਤਾਂ ਹੋਊ ਵਿਚਾਰੀ, ਮੈਂ ਤਾਂ ਵੇਖੀ ਨਹੀਂ। ਚੱਲ ਇਹਨੂੰ ਵਾਪਸ ਇਹਦੇ ਘਰ ਛੱਡ ਕੇ ਆ। ਮਾਂ, ਮੈਨੂੰ ਕੀ ਪਤਾ ਇਹਦਾ ਘਰ ਕਿੱਥੇ ਹੈ। ਮਾਂ ਪੁੱਤ ਗੱਲੀਂ ਜੁੱਟੇ ਹੋਏ ਸਨ। ਬੀਰੂ ਤੇ ਬਾਪੂ ਵਤਨ ਸਿੰਘ ਦੇ ਵਿਹੜੇ ਵਿੱਚ ਪੈਰ ਧਰਿਆ। ਉਹਨੇ ਸਿਰ ਉੱਤੇ ਪੱਠਿਆਂ ਦੀ ਪੰਡ ਚੁੱਕੀ ਹੋਈ ਸੀ। ਪੰਡ ਟੋਕੇ ਕੋਲ ਸੁੱਟ ਕੇ ਉਹਨੇ ਪਰਨੇ ਨਾਲ ਬਾਹਾਂ ਪੂੰਝੀਆਂ, ਚਿਹਰੇ ਦਾ ਪਸੀਨਾ ਸਾਫ਼ ਕੀਤਾ। ਡੱਬ ਖੜੱਬਾ ਕਤੂਰਾ ਵੇਖ ਕੇ ਉਹ ਹੈਰਾਨ ਹੋਇਆ। ਇਹ ਕਿੱਥੋਂ ਚੁੱਕ ਲਿਆਂਦਾ ਹੈ? ਆਪਣੇ ਲਾਡਲੇ ਨੂੰ ਪੁੱਛੋ, ਹਰਨਾਮ ਕੌਰ ਨੇ ਕਿਹਾ। ਬਾਪੂ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਵੀਰ ਬੋਲ ਪਿਆ, ਬਾਪੂ ਜੀ, ਮੈਂ ਜਦੋਂ ਸਕੂਲ ਤੋਂ ਆਉਂਦਾ ਸੀ ਨਾ, ਉੱਥੇ ਰਾਹ 'ਚ ਤੁਰਿਆ ਫਿਰਦਾ ਸੀ ਤੇ ਤੂੰ ਇਹਨੂੰ ਚੁੱਕ ਕੇ ਘਰ ਕਿਉਂ ਲੈ ਆਇਆ ਫਿਰ? ਮੈਂ ਸੋਚਿਆ ਕਿਸੇ ਗੱਡੇ ਹੇਠ ਹੀ ਨਾ ਆ ਜਾਵੇ, ਪਰ ਗੱਡਿਆਂ ਦਾ ਰਾਹ ਤਾਂ ਦੂਜਾ ਹੈ। ਪਰ ਬਾਪੂ ਜੀ, ਮੱਝਾਂ ਦਾ ਤਾਂ ਉਸੇ ਰਾਹ ਹੀ ਨਹਿਰ ਵੱਲ ਜਾਂਦੀਆਂ ਨੇ। ਪਰ ਬਾਪੂ ਜੀ, ਮੱਝਾਂ ਤਾਂ ਉਸੇ ਰਾਹ ਹੀ ਨਹਿਰ ਵੱਲ ਜਾਂਦੀਆਂ ਨੇ। ਵੀਰ ਦਾ ਚੁਸਤ ਜਵਾਬ ਸੁਣ ਕੇ ਵਤਨ ਸਿੰਘ ਮਾਨੀ ਮਨ ਮੁਸਕਰਾਇਆ। ਹਾਂ ਬਈ, ਇਹ ਤਾਂ ਤੂੰ ਠੀਕ ਆਖਦਾ ਹੈ। ਉਧਰ ਦੀ ਤਾਂ ਕਈ ਵੱਗ ਲੰਘਦੇ ਨੇ। ਜੇ ਭਲਾ ਕਤੂਰਾ ਕਿਸੇ ਮੱਝ ਦੇ ਖੋਰੇ ਹੇਠ ਆ ਜਾਂਦਾ ਤਾਂ? ਹਾਂ ਬਈ, ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ। ਵਤਨ ਸਿੰਘ ਨੇ ਹੈਰਾਨ ਹੋਣ ਦਾ ਵਿਖਾਵਾ ਕੀਤਾ, ਫਿਰ ਬੋਲਿਆ, ਕਤੂਰਾ ਭੁੱਖਾ ਹੋ, ਇਹਨੂੰ ਦੁੱਧ ਪਿਆ ਪਹਿਲੋਂ। ਵਤਨ ਸਿੰਘ ਉੱਥੋਂ ਉੱਠ ਕੇ ਮੱਝ ਨੂੰ ਛਾਵੇਂ ਬੰਨਣ ਚਲਾ ਗਿਆ। ਵੀਰ ਨੇ ਬਾਟੀ 'ਚ ਦੁੱਧ ਪਾ ਕੇ ਕਤੂਰੇ ਅੱਗੇ ਰੱਖਿਆ। ਕਤੂਰੇ ਨੂੰ ਬਾਟੀ ਵਿੱਚ ਪਏ ਦੁੱਧ ਨੂੰ ਪੀਣ ਦੀ ਜਾਚ ਨਹੀਂ ਸੀ, ਹਾਲੇ ਬਹੁਤ ਨਿੱਕਾ ਸੀ ਉਹ। ਹਰਨਾਮ ਕੌਰ ਅੰਦਰੋਂ ਰੋਂਦਾ ਫੰਬਾ ਲੈ ਆਈ। ਉਹਨੇ ਫੰਬਾ ਦੁੱਧ ਵਿੱਚ ਭਿਉਂ ਕੇ ਕਤੂਰੇ ਦੇ ਮੂੰਹ ਨੂੰ ਲਾਇਆ। ਕਤੂਰਾ ਪੁੱਛ ਪੁੱਛ ਦੀ ਆਵਾਜ਼ ਕਰਦਿਆਂ ਫੰਬੇ ਨੂੰ ਚੁੰਘਣ ਲੱਗ ਪਿਆ। ਵੀਰ ਨੇ ਵੀ ਕਤੂਰੇ ਨੂੰ ਦੁੱਧ ਪਿਆਉਣ ਦੀ ਜਾਚ ਸਿੱਖ ਲਈ। ਭਾਗ 7। ਵਿਹੜੇ ਵਾਲੀ ਧਰੇਕ ਦੀ ਛਾਂ ਠੰਡੀ ਸੀ। ਮੱਠੀ ਮੱਠੀ ਹਵਾ ਰੁਮਕਣ ਲੱਗ ਪਈ। ਵੀਰ ਧਰੇਕ ਹੇਠ ਬਹਿ ਕੇ ਕਤੂਰੇ ਨਾਲ ਖੇਡਣ ਲੱਗ ਪਿਆ। ਹਰਨਾਮ ਕੌਰ ਨੇ ਫਿਕਰਮੰਦ ਹੋ ਕੇ ਵਤਨ ਸਿੰਘ ਨਾਲ ਗੱਲ ਕੀਤੀ। ਵੀਰ ਦੇ ਬਾਪੂ, ਦੁੱਧ ਚੁੰਘਦਾ ਕਤੂਰਾ ਮਾਂ ਤੋਂ ਬਿਨਾਂ ਕਿਸ ਤਰ੍ਹਾਂ ਪਲੂ? ਐਵੇਂ ਮਾਸੂਮ ਜੀਵ ਦਾ ਪਾਪ ਨਾ ਸਿਰ ਉੱਤੇ ਲਈਏ। ਕਤੂਰੇ ਦਾ ਕੁਝ ਕਰੋ। ਜੇ ਭਲਾ ਮੈਂ ਇਹਨੂੰ ਵਾਪਸ ਉੱਥੇ ਹੀ ਛੱਡ ਆਵਾਂ ਤਾਂ? ਵੀਰ ਰੋ ਰੋ ਪਾਵਾ ਹੋ ਜੂ, ਕਲੇਸ਼ ਕਰੂ। ਫੇਰ ਭਲਕੇ ਜਦੋਂ ਵੀਰ ਸਕੂਲ ਗਿਆ ਹੋ ਉਦੋਂ ਕਤੂਰੇ ਨੂੰ ਛੱਡ ਆਇਓ। ਪਰ ਵਤਨ ਸਿੰਘ ਨੇ ਪਤਨੀ ਦੀ ਗੱਲ ਟੋਕ ਦਿੱਤੀ। ਬਸ ਇਹੋ ਠੀਕ ਰਹੂ, ਮੈਨੂੰ ਪਤਾ ਹੈ ਕੁੱਤੀ ਨੇ ਕਿਹੜੇ ਕੌਲੇ ਵਿੱਚ ਕਤੂਰੇ ਜੰਮੇ ਨੇ। ਅਗਲੀ ਸਵੇਰ ਵਤਨ ਸਿੰਘ ਡੱਬ ਖੜੱਬੇ ਕਤੂਰੇ ਨੂੰ ਢੱਠੇ ਮਕਾਨ ਦੇ ਬਾਹਰ ਛੱਡ ਆਇਆ। ਦੁਪਹਿਰੇ ਵੀਰ ਸਕੂਲੋਂ ਪਰਤਿਆ। ਬਸਤਾ ਰੱਖ ਕੇ ਉਹਨੇ ਹਰਨਾਮ ਕੌਰ ਨੂੰ ਪੁੱਛਿਆ, ਕਤੂਰਾ ਕਿੱਥੇ ਆ ਮਾਂ? ਪਤਾ ਹੈ, ਕਤੂਰੇ ਦੀ ਮਾਂ ਬਹੁਤ ਰੋ ਰਹੀ ਸੀ। ਉਹਨੂੰ ਲੱਭ ਲੱਭ ਫਾਵੀ ਹੋ ਗਈ ਸੀ। ਕਿਸੇ ਮਾਂ ਕੋਲੋਂ ਉਹਦਾ ਬੱਚਾ ਖੋਹ ਲੈਣਾ ਚੰਗੀ ਗੱਲ ਤੇ ਨਹੀਂ ਨਾ। ਕਤੂਰਾ ਕਿੱਥੇ ਆ ਮਾਂ? ਵੀਰ ਬੇਸਬਰਾ ਹੋ ਗਿਆ। ਤੇਰੇ ਬਾਪੂ ਜੀ ਕਤੂਰਾ ਵਾਪਸ ਕੁੱਤੀ ਕੋਲ ਛੱਡ ਆਏ ਨੇ। ਭੂਮਿਕਾ ਵਿਚਾਲੇ ਛੱਡ ਕੇ ਹਰਨਾਮ ਕੌਰ ਨੇ ਸਾਫ਼ ਗੱਲ ਕਰ ਦਿੱਤੀ। ਵੀਰ ਰੋਣ ਲੱਗ ਪਿਆ। ਹਰਨਾਮ ਕੌਰ ਨੇ ਉਹਨੂੰ ਆਪਣੇ ਨਾਲ ਘੁੱਟਿਆ, ਦਿਲਾਸਾ ਦਿੱਤਾ, ਪੁੱਤ ਤੂੰ ਰੋ ਨਾ। ਜਦੋਂ ਕਤੂਰਾ ਕੁਝ ਵੱਡਾ ਹੋ ਗਿਆ ਤਾਂ ਆਪਾਂ ਉਹਨੂੰ ਲੈ ਆਵਾਂਗੇ। ਉਦੋਂ ਕੁੱਤੀ ਨੇ ਕੁਝ ਨਹੀਂ ਕਹਿਣਾ। ਉਹਨੇ ਵੀ ਚਾਹਣਾ ਹੈ ਕਿ ਉਹਦਾ ਕਤੂਰਾ ਆਪਣੇ ਲਈ ਰਹਿਣ ਦਾ ਟਿਕਾਣਾ ਲੱਭੇ। ਉਦੋਂ ਆਪਾਂ ਡੱਬ ਖੜੱਬੇ ਕਤੂਰੇ ਨੂੰ ਹੀ ਲੈ ਕੇ ਆਵਾਂਗੇ। ਵੀਰ ਨੇ ਅਥਰੂ ਪੂੰਝ ਲਏ। ਹਾਂ, ਉਹ ਕਤੂਰਾ ਬਹੁਤ ਸੋਹਣਾ ਹੈ। ਵੀਰ ਉਸ ਵੱਲ ਵਰਚ ਗਿਆ। ਉਸ ਪੁੱਛਿਆ, ਉਦੋਂ ਕੁੱਤੀ ਕੁਛ ਨਹੀਂ ਕਹੂਗੀ? ਨਹੀਂ, ਉਹ ਸਗੋਂ ਖੁਸ਼ ਹੋਊਗੀ ਕਿ ਉਹਦੇ ਕਤੂਰੇ ਨੂੰ ਰਹਿਣ ਲਈ ਘਰ ਲੱਭ ਪਿਆ। ਆਪਾਂ ਉਹਨੂੰ ਬਹੁਤ ਚੰਗੀ ਤਰ੍ਹਾਂ ਰੱਖਾਂਗੇ। ਹਾਂ, ਬਹੁਤ ਚੰਗੀ ਤਰ੍ਹਾਂ। ਉਹਦੇ ਰਹਿਣ ਲਈ ਵੀ ਆਪਾਂ ਵੱਖਰਾ ਘਰ ਬਣਾ ਦੇਵਾਂਗੇ, ਜਿਵੇਂ ਕੁਕੜੀਆਂ ਲਈ ਖੁੱਡਾ ਬਣਾਇਆ ਹੋਇਆ। ਹਾਂ, ਇਹ ਵਧੀਆ ਰਹੂ। ਹਰਨਾਮ ਕੌਰ ਨੇ ਵੀਰ ਦੇ ਸੁਝਾਅ ਦੀ ਹਾਮੀ ਭਰੀ ਤੇ ਤਸੱਲੀ ਦਾ ਲੰਮਾ ਸਾਹ ਭਰਿਆ। ਭਾਗ 8। ਡੱਬ ਖੜੱਬਾ ਕਤੂਰਾ ਵੀਰ ਦਾ ਖਿਡੌਣਾ ਵੀ ਸੀ ਤੇ ਉਹਦਾ ਖੇਡਣ ਮੱਲਣ ਦਾ ਸਾਥੀ ਵੀ। ਵੀਰ ਉਦਾਸ ਸੀ। ਵਤਨ ਸਿੰਘ ਪੁੱਤਰ ਦੇ ਮਨ ਦੀ ਹਾਲਤ ਸਮਝ ਰਿਹਾ ਸੀ। ਵੀਰ ਦੇ ਸਕੂਲ ਦੀ ਛੁੱਟੀ ਦਾ ਦਿਨ ਆਇਆ। ਵਤਨ ਸਿੰਘ ਨੇ ਸੁਝਾਅ ਦਿੱਤਾ, ਪੁੱਤਰ, ਅੱਜ ਆਪਾਂ ਖੇਤਾਂ ਵਿੱਚੋਂ ਖਰਬੂਜੇ ਤੋੜਨ ਚੱਲਦੇ ਹਾਂ। ਉੱਥੇ ਆਪਾਂ ਖੂਹ ਤੇ ਬੈਠ ਕੇ ਰੱਜ ਕੇ ਖਰਬੂਜੇ ਖਾਵਾਂਗੇ। ਵੀਰ ਉਤਸ਼ਾਹਿਤ ਹੋ ਗਿਆ। ਹਾਂ ਬਾਪੂ ਜੀ, ਆਉਂਦੀ ਵਾਰੀ ਆਪਾਂ ਮਾਂ ਲਈ ਵੀ ਕਿੰਨੇ ਸਾਰੇ ਖਰਬੂਜੇ ਲੈ ਕੇ ਆਵਾਂਗੇ। ਹਾਂ, ਉਹ ਵੀ ਭਾਵੇਂ ਜਿੰਨੇ ਮਰਜ਼ੀ ਖਰਬੂਜੇ ਖਾ ਲਵੇ। ਵਤਨ ਸਿੰਘ ਪੂਰੇ ਜੋਸ਼ 'ਚ ਬੋਲਿਆ। ਪਰ ਆਪਣੇ ਖੇਤ ਤਾਂ ਬਹੁਤ ਦੂਰ ਨੇ, ਮੈਂ ਇੰਨਾ ਕਿਸ ਤਰ੍ਹਾਂ ਤੁਰੂ? ਵੀਰ ਦਾ ਉਤਸ਼ਾਹ ਠੰਡਾ ਪੈਂਦਾ ਜਾ ਪਿਆ। ਓਏ ਵੀਰਿਆ, ਆਪਾਂ ਨੂੰ ਕਾਹਦੀ ਪਰਵਾਹ ਹੈ? ਆਪਾਂ ਸਾਈਕਲ ਉੱਤੇ ਚਲੇ ਜਾਵਾਂਗੇ। ਵਤਨ ਸਿੰਘ ਨੇ ਹਾਣੀਆਂ ਵਾਂਗੂ ਵੀਰ ਦੇ ਮੋਢੇ ਉੱਤੇ
ਹੱਥ ਮਾਰ ਕੇ ਗੱਲ ਕੀਤੀ। ਵਤਨ ਸਿੰਘ ਨੇ ਵੀਰ ਦੇ ਬੈਠਣ ਲਈ ਸਾਈਕਲ ਦੇ ਡੰਡੇ ਉੱਤੇ ਕੱਪੜਾ ਵਲੇਟਿਆ। ਆਰਾਮ ਦੇ ਗੱਦੀ ਤਿਆਰ ਹੋ ਗਈ ਤਾਂ ਉਹ ਘਰੋਂ ਚੱਲ ਪਏ। ਉਹ ਢੱਠੇ ਹੋਏ ਮਕਾਨ ਦੇ ਖੰਡਰਾਂ ਕੋਲੋਂ ਲੰਘਣ ਲੱਗੇ ਤਾਂ ਵਤਨ ਸਿੰਘ ਨੇ ਸਹਿਜ ਭਾ ਦੱਸਿਆ, ਇੱਥੇ ਰਹਿੰਦਾ ਹੈ ਉਹ ਡੱਬਾ ਕਤੂਰਾ ਜਿਹੜਾ ਤੂੰ ਚੁੱਕ ਲਿਆਇਆ ਸੈਂ। ਮੈਂ ਕਤੂਰਾ ਵੇਖਣਾ ਹੈ ਬਾਪੂ ਜੀ, ਵੀਰ ਨੇ ਰਿਆੜ ਕੀਤੀ। ਕਤੂਰਾ? ਵਤਨ ਸਿੰਘ ਨੂੰ ਅਚਾਨਕ ਆਪਣੀ ਗਲਤੀ ਦਾ ਅਹਿਸਾਸ ਹੋਇਆ। ਗੱਲ ਮੂੰਹੋਂ ਨਿਕਲ ਚੁੱਕੀ ਸੀ। ਉਸ ਟਾਲਣ ਦਾ ਯਤਨ ਕੀਤਾ, ਵੀਰ ਪੁੱਤਰ ਆਪਾਂ ਪਹਿਲਾਂ ਜਾ ਕੇ ਆਪਣੇ ਖੇਤ ਵਿੱਚੋਂ ਮਿੱਠੇ ਮਿੱਠੇ ਖਰਬੂਜੇ ਲੱਭ ਕੇ ਖਾਈਏ, ਆਉਂਦੀ ਵਾਰੀ ਆਪਾਂ ਤੇਰੇ ਵਾਲਾ ਕਤੂਰਾ ਵੇਖ ਲਵਾਂਗੇ। ਨਹੀਂ, ਮੈਂ ਹੁਣੇ ਵੇਖਣਾ ਹੈ। ਵੀਰ ਆਪਣੀ ਜ਼ਿੱਦ ਉੱਤੇ ਅੜਿਆ ਰਿਹਾ। 5 ਕਤੂਰਿਆਂ ਦੀ ਮਾਂ ਬਹੁਤ ਕੌੜ ਸੀ। ਉਹ ਕਿਸੇ ਨੂੰ ਵੀ ਆਪਣੇ ਕਤੂਰਿਆਂ ਦੇ ਲਾਗੇ ਨਹੀਂ ਸੀ ਜਾਣ ਦਿੰਦੀ। ਜਿਹੜਾ ਵੀ ਕਤੂਰਿਆਂ ਨੇੜੇ ਜਾਣ ਦਾ ਯਤਨ ਕਰਦਾ ਸੀ, ਕੁੱਤੀ ਉਹਦੇ ਉੱਤੇ ਭੌਂਕਦੀ ਸੀ, ਵੱਢਣ ਨੂੰ ਪੈਂਦੀ ਸੀ। ਕਈਆਂ ਨੂੰ ਤਾਂ ਉਹਨੇ ਵੱਢਿਆ ਵੀ ਸੀ। ਲੋਕ ਮਕਾਨ ਦੇ ਕੋਲਿਓਂ ਦੇ ਨੇੜਿਓਂ ਲੰਘਣ ਲੱਗੇ ਝਿਜਕਦੇ ਸਨ। ਵਤਨ ਸਿੰਘ ਨੇ ਸਾਈਕਲ ਅੱਧ ਢੱਠੀਆਂ ਕੰਧਾਂ ਵਾਲੇ ਪਾਸੇ ਮੋੜ ਲਿਆ। ਬੋਲਿਆ, ਵੀਰ ਪੁੱਤਰ ਤੂੰ ਕੰਧ ਦੇ ਉੱਤੋਂ ਦੀ ਕਤੂਰੇ ਵੇਖ ਲਵੀਂ, ਜੇ ਆਪਾਂ ਨੇੜੇ ਜਾਵਾਂਗੇ ਤਾਂ ਕੁੱਤੀ ਆਪਾਂ ਨੂੰ ਵੱਢੂ। ਉਹ ਕੰਧਾਂ ਦੇ ਨੇੜੇ ਪਹੁੰਚ ਗਏ ਪਰ ਕੋਈ ਆਵਾਜ਼ ਨਹੀਂ ਸੁਣੀ। ਆਮ ਤੌਰ ਉੱਤੇ ਕੰਧਾਂ ਨੇੜਿਓਂ ਲੰਘਦਿਆਂ ਕਤੂਰਿਆਂ ਦੀ ਚੂੰ ਚੂੰ ਤੇ ਘੁਰ ਦੀ ਆਵਾਜ਼ ਸੁਣਦੀ ਸੀ, ਪਰ ਉਸ ਵੇਲੇ ਦੋਹਾਂ ਨੂੰ ਕੋਈ ਵੀ ਆਵਾਜ਼ ਨਹੀਂ ਸੁਣੀ। ਜ਼ਰਾ ਕੁ ਬਿੜਕ ਆਵੇ ਤਾਂ ਕੁੱਤੀ ਦੇ ਕੰਨ ਖੜੇ ਹੋ ਜਾਂਦੇ ਸਨ। ਉਹ ਆਪਣੀ ਥਾਵੇਂ ਬੈਠੀ ਬੈਠੀ ਭੌਂਕਣ ਲੱਗ ਪੈਂਦੀ ਸੀ। ਵਤਨ ਸਿੰਘ ਨੇ ਆਖਿਆ, ਹੋ ਸਕਦਾ ਕੁੱਤੀ ਆਪਣੇ ਕਤੂਰਿਆਂ ਨੂੰ ਚੁੱਕ ਕੇ ਕਿਧਰੇ ਹੋਰ ਲੈ ਗਈ ਹੋਵੇ। ਜੇ ਕਿਸੇ ਕੁੱਤੀ ਨੂੰ ਕੋਈ ਥਾਂ ਆਪਣੇ ਕਤੂਰਿਆਂ ਲਈ ਖਤਰੇ ਵਾਲੀ ਜਾਪੇ ਤਾਂ ਉਹ ਨਵੀਂ ਥਾਂ ਲੱਭ ਲੈਂਦੀ ਸੀ। ਸ਼ਾਇਦ 5 ਕਤੂਰਿਆਂ ਦੀ ਮਾਂ ਨੇ ਵੀ ਇਹੋ ਹੀ ਕੀਤਾ ਹੋਵੇ ਤੇ ਆਪਣੇ ਕਤੂਰਿਆਂ ਨੂੰ ਇੱਕ ਇੱਕ ਕਰਕੇ ਮੂੰਹ ਵਿੱਚ ਚੁੱਕ ਕੇ ਨਵੀਂ ਥਾਂ ਲੈ ਗਈ ਹੋਵੇ। ਫੇਰ ਵੀ ਉਹ ਥਾਂ ਵੇਖ ਲੈਣੀ ਚਾਹੀਦੀ ਸੀ। ਵਤਨ ਸਿੰਘ ਨੇ ਸਾਈਕਲ ਰੇੜ ਕੇ ਢੱਠੀ ਕੰਧ ਦੇ ਨਾਲ ਲਾ ਦਿੱਤਾ। ਉਹਨੇ ਦੋਹਾਂ ਹੱਥਾਂ ਨਾਲ ਵੀਰ ਨੂੰ ਕਾਠੀ ਤੋਂ ਉਤਾਂਹ ਚੁੱਕਿਆ ਤੇ ਮੋਢੇ ਉੱਤੇ ਬਿਠਾ ਲਿਆ। ਹੁਣ ਤੂੰ ਕਤੂਰੇ ਵੇਖ ਲੈ। ਕਤੂਰੇ ਬਿਸਕੁਟੀ ਕੁੱਤੀ ਦੇ ਥਣਾਂ ਨੂੰ ਚੰਬੜੇ ਹੋਏ ਦੁੱਧ ਪੀ ਰਹੇ ਸਨ। ਕੁੱਤੀ ਨੇ ਅੱਖਾਂ ਮਿਟੀਆਂ ਹੋਈਆਂ ਸਨ। ਇਹ ਉਸ ਮਾਂ ਦੀ ਖੁਸ਼ੀ ਦੇ ਪਲ ਸਨ। ਦੁੱਧ ਚੁੰਘ ਰਹੇ 5 ਕਤੂਰਿਆਂ 'ਚ ਵੀਰ ਦਾ ਡੱਬ ਖੜੱਬਾ ਕਤੂਰਾ ਵੀ ਸੀ। ਵੀਰ ਦਾ ਜੀ ਕੀਤਾ ਉਹ ਨੱਸ ਕੇ ਜਾਵੇ ਤੇ ਆਪਣਾ ਕਤੂਰਾ ਚੁੱਕ ਕੇ ਲੈ ਆਵੇ। ਉਹ ਬਾਪੂ ਦੇ ਮੋਢੇ ਤੋਂ ਹੇਠਾਂ ਉਤਰਨ ਲਈ ਕੰਧ ਵੱਲ ਝੁਕਿਆ। ਵੀਰ ਤੇ ਉਹਦੇ ਬਾਪੂ ਦੇ ਉੱਥੇ ਹੋਣ ਦੀ ਬਿੜਕ ਬਿਸਕੁਟੀ ਕੁੱਤੀ ਨੇ ਬੋਚ ਲਈ। ਉਹਨੇ ਅੱਖਾਂ ਉਘੇੜੀਆਂ, ਸਿਰ ਉਤਾਂਹ ਚੁੱਕ ਕੇ ਭੌਂਕੀ ਤੇ ਫਿਰ ਉੱਠ ਕੇ ਖਲੋ ਗਈ। ਵੀਰ ਦੇ ਬਾਪੂ ਨੇ ਖਤਰਾ ਭਾਂਪ ਲਿਆ। ਉਹਨੇ ਕਾਹਲੀ ਨਾਲ ਵੀਰ ਨੂੰ ਮੋਢੇ ਉੱਤੋਂ ਉਤਾਰ ਕੇ ਸਾਈਕਲ ਦੀ ਕਾਠੀ ਉੱਤੇ ਬਿਠਾਇਆ ਤੇ ਸਾਈਕਲ ਉੱਥੋਂ ਤੋਰ ਲਿਆ। ਬਿਸਕੁਟੀ ਕੁੱਤੀ ਦੇ ਭੌਂਕਣ ਦੀ ਆਵਾਜ਼ ਉਹਨਾਂ ਨੂੰ ਦੂਰ ਤੱਕ ਸੁਣਦੀ ਰਹੀ। ਭਾਗ 9। ਵੀਰ ਉਧਰਿਆ ਹੋਇਆ ਸੀ। ਉਹਨੇ ਰਾਤ ਵੇਲੇ ਬਾਤ ਸੁਣਾਉਣ ਲਈ ਵੀ ਜ਼ਿੱਦ ਨਹੀਂ ਸੀ ਕੀਤੀ। ਵਤਨ ਸਿੰਘ ਫਿਰ ਵੀ ਉਹਨੂੰ ਚਿੜੀ ਕਾਂ ਦੀ ਬਾਤ ਸੁਣਾਉਣ ਲੱਗ ਪਿਆ। ਇੱਕ ਸੀ ਚਿੜੀ, ਇੱਕ ਸੀ ਕਾਂ। ਚਿੜੀ ਨੇ ਲਿਆਂਦਾ ਚੌਲਾਂ ਦਾ ਦਾਣਾ, ਕਾਂ ਨੇ ਲਿਆਂਦਾ ਮੁੱਠਾਂ ਦਾ ਦਾਣਾ, ਦੋਵਾਂ ਰਲ ਕੇ ਖਿਚੜੀ ਬਣਾਈ। ਕਾਂ ਨੇ ਚਿੜੀ ਨੂੰ ਛਾਨਣੀ ਦਿੱਤੀ ਤੇ ਕਿਹਾ, ਤੂੰ ਖੂਹੀ ਤੋਂ ਛਾਨਣੀ ਵਿੱਚ ਪਾਣੀ ਲੈ ਆ। ਪਹਿਲੋਂ ਛਾਨਣੀ ਵਿੱਚ ਪਾਣੀ ਪਾ ਕੇ ਨਹਾ ਵੀ ਲਵੇਂ। ਚਿੜੀ ਛਾਨਣੀ 'ਚ ਪਾਣੀ ਪਾਵੇ, ਪਾਣੀ ਛਾਨਣੀ 'ਚੋਂ ਵਗ ਜਾਵੇ। ਚਿੜੀ ਕੋਲੋਂ ਨਾ ਨਹਾਤਾ ਹੀ ਗਿਆ ਤੇ ਨਾ ਪਾਣੀ ਹੀ ਲਿਆਂਦਾ ਗਿਆ। ਪਿੱਛੋਂ ਕਾਂ ਨੇ ਸਾਰੀ ਖਿਚੜੀ ਖਾ ਲਈ। ਚਿੜੀ ਨੂੰ ਕਾਂ ਦੀ ਸ਼ੈਤਾਨੀ ਦੀ ਸਮਝ ਪੈ ਗਈ। ਤੂੰ ਸੁਣ ਰਿਹਾ ਹੈ ਨਾ ਬਾਤ? ਵਤਨ ਸਿੰਘ ਨੇ ਵੀਰ ਉੱਤੇ ਹੌਲੀ ਜਿਹੀ ਹੱਥ ਰੱਖਿਆ। ਉਹ ਗੂੜੀ ਨੀਂਦ ਵਿੱਚ ਸੀ। ਉਹਨਾਂ ਦੇ ਮੰਜੇ ਵਿਹੜੇ ਵਿੱਚ ਡੱਠੇ ਹੋਏ ਸਨ। ਵੀਰ ਬਾਪੂ ਵਾਲੇ ਬਿਸਤਰੇ ਉੱਤੇ ਹੀ ਸੁੱਤਾ ਹੋਇਆ ਸੀ। ਹਰਨਾਮ ਕੌਰ ਚੌਂਕੇ ਚੁੱਲ੍ਹੇ ਦੇ ਕੰਮ ਤੋਂ ਵਿਹਲੀ ਹੋ ਕੇ ਆਈ। ਉਹਨੇ ਵੀਰ ਨੂੰ ਚੁੱਕ ਕੇ ਲਾਗਲੇ ਮੰਜੇ ਉੱਤੇ ਪਾ ਦਿੱਤਾ। ਆਪਣੇ ਬਿਸਤਰੇ ਉੱਤੇ ਲੇਟਦਿਆਂ ਉਸ ਵਤਨ ਸਿੰਘ ਵੱਲ ਪਾਸਾ ਵੱਟਿਆ। ਵੀਰ ਦੇ ਬਾਪੂ, ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਕਹਿ, ਜੋ ਕਹਿਣਾ ਇਹ ਨਿਸ਼ੰਗ ਕਹਿ। ਤੁਸੀਂ ਵੀਰ ਨੂੰ ਉਹ ਕਤੂਰਾ ਵਾਪਸ ਲਿਆ ਦਿਓ। ਵਤਨ ਸਿੰਘ ਕੁਝ ਖਰਵੀ ਆਵਾਜ਼ 'ਚ ਬੋਲਿਆ, ਕੁਝ ਪਤਾ ਵੀ ਹੈ ਕਿੰਨੀ ਖੂੰਖਾਰ ਹੈ ਉਹ ਕੁੱਤੀ। ਮੈਥੋਂ ਵੀਰ ਦੀ ਉਦਾਸੀ ਵੇਖੀ ਨਹੀਂ ਜਾਂਦੀ। ਮੈਨੂੰ ਵੀ ਖਰਾਬ ਲੱਗਦਾ ਹੈ, ਪਰ ਕੀ ਉਹ ਕਤੂਰਾ ਤਾਂ ਨਹੀਂ ਮੈਥੋਂ ਲਿਆਂਦਾ ਜਾਣਾ। ਕੁਛ ਤਾਂ ਕਰੋ। ਮੈਂ ਸੋਚਦਾ ਕੁਛ। ਹੁਣ ਤੂੰ ਸੌਂ ਜਾ, ਸਵੇਰੇ ਉੱਠ ਕੇ ਕਰਦੇ ਹਾਂ ਗੱਲ। ਵਤਨ ਸਿੰਘ ਨੇ ਪਾਸਾ ਵੱਟ ਕੇ ਚਾਦਰ ਉੱਤੇ ਤਾਣ ਲਈ। ਭਾਗ 10। ਟਨ ਟਨ ਟਨ। ਸਕੂਲ ਦੀ ਛੁੱਟੀ ਦੀ ਘੰਟੀ ਵੱਜੀ ਤੇ ਫਿਰ ਲਗਾਤਾਰ ਵੱਜਦੀ ਰਹੀ। ਵੀਰ ਬਸਤਾ ਚੁੱਕ ਕੇ ਸੰਤੋੜ ਨੱਸਿਆ। ਉਹ ਕੁਝ ਦੂਰ ਤੱਕ ਦੌੜਿਆ ਤੇ ਫਿਰ ਸਾਹੋ ਸਾਹੀ ਹੋਇਆ ਖਲੋ ਗਿਆ। ਉਹ ਨਿੱਕਾ ਸੀ ਅਜੇ, ਉਹਦੇ ਕੋਲੋਂ ਇੰਨਾ ਦੌੜਿਆ ਨਹੀਂ ਸੀ ਜਾਣਾ। ਉਹਦੇ ਸਾਹ ਕੁਝ ਸਾਵੇਂ ਹੋਏ ਤਾਂ ਮੁੜ ਤੁਰ ਪਿਆ।
ਢੱਠੇ ਮਕਾਨ ਦੇ ਖੰਡਰਾਂ ਨੇੜਿਓਂ ਘਰ ਵੱਲ ਮੁੜਦਿਆਂ ਖਲੋ ਗਿਆ। ਉਸਨੂੰ ਜਾਪਿਆ ਗੁਲਾਬਾਸੀ ਦੀ ਵਾੜ ਦੇ ਨੇੜੇ ਉਹਨੇ ਡੱਬ ਖੜੱਬੇ ਕਤੂਰੇ ਨੂੰ ਵੇਖਿਆ ਸੀ। ਉਹ ਵਾੜ ਵੱਲ ਔਲਿਆ। ਉੱਥੇ ਸੱਚਮੁੱਚ ਡੱਬ ਖੜੱਬਾ ਕਤੂਰਾ ਹੀ ਸੀ। ਉਹ ਵਾੜ ਦੀਆਂ ਟਹਿਣੀਆਂ ਵਿੱਚ ਉਲਝਿਆ ਹੋਇਆ ਸੀ। ਵਾੜ ਵਿੱਚੋਂ ਬਾਹਰ ਆਉਣ ਦਾ ਯਤਨ ਕਰ ਰਿਹਾ ਸੀ। ਕਤੂਰੇ ਨੂੰ ਵੇਖ ਕੇ ਬੀਰ ਖਿੜਪੁੜ ਗਿਆ। ਉਹਨੇ ਅਗਾਂਹ ਹੋ ਕੇ ਕਤੂਰੇ ਨੂੰ ਵਾੜ ਵਿੱਚੋਂ ਕੱਢਿਆ ਤੇ ਚੁੱਕ ਕੇ ਲੈ ਤੁਰਿਆ। ਜਦੋਂ ਬੀਰ ਘਰ ਪਹੁੰਚਿਆ, ਹਰਨਾਮ ਕੌਰ ਉਹਨੂੰ ਵੇਖ ਕੇ ਹੈਰਾਨ ਹੋਈ। ਬੀਰ ਨੇ ਬਸਤਾ ਮੋਢੇ ਨਾਲ ਲਟਕਾਇਆ ਹੋਇਆ ਸੀ ਤੇ ਡੱਬ ਖੜੱਬੇ ਕਤੂਰੇ ਨੂੰ ਬਾਹਾਂ ਵਿੱਚ ਚੁੱਕਿਆ ਹੋਇਆ ਸੀ। ਪੁੱਤਰ ਦੇ ਚਿਹਰੇ ਉੱਤੇ ਖੇੜਾ ਵੇਖ ਕੇ ਹਰਨਾਮ ਕੌਰ ਮਨ ਹੀ ਮਨ ਖੁਸ਼ ਹੋਈ, ਪਰ ਉੱਪਰੋਂ ਉਹਨੇ ਨਾਰਾਜ਼ਗੀ ਦਾ ਵਿਖਾਵਾ ਕੀਤਾ। ਤੂੰ ਫੇਰ ਚੁੱਕ ਲਿਆਇਆ ਕਤੂਰੇ ਨੂੰ? ਮਾਂ, ਤੂੰ ਜੋ ਆਖਿਆ ਸੀ ਵੀ ਜਦੋਂ ਕਤੂਰਾ ਵੱਡਾ ਹੋ ਜੂ ਆਪਾਂ ਉਹਨੂੰ ਰੱਖ ਲਵਾਂਗੇ, ਬੀਰ ਨੇ ਸਫਾਈ ਦਿੱਤੀ। ਤਾਂ ਕੀ ਵੱਡਾ ਹੋ ਗਿਆ ਕਤੂਰਾ? ਹਾਂ ਮਾਂ, ਉਦੋਂ ਤਾਂ ਨਿੱਕਾ ਜਿਹਾ ਸੀ। ਹਾਂ, 5 ਦਿਨ ਪਹਿਲਾਂ ਤਾਂ ਡੱਬ ਖੜੱਬਾ ਕਤੂਰਾ ਬਹੁਤ ਹੀ ਨਿੱਕਾ ਜਿਹਾ ਸੀ। ਫਿਰ ਹੁਣ ਕਿਸ ਤਰ੍ਹਾਂ ਕਰਨਾ? ਹਰਨਾਮ ਕੌਰ ਬੀਰ ਦਾ ਤਰਕ ਸੁਣ ਕੇ ਮਨ ਹੀ ਮਨ ਹੱਸੀ। ਆਪਾਂ ਹੁਣ ਇਹਨੂੰ ਰੱਖ ਲੈਂਦੇ ਹਾਂ। ਹਾਂ, ਹੁਣ ਤਾਂ ਇਹ ਵੱਡਾ ਵੀ ਹੋ ਗਿਆ, ਆਪਾਂ ਇਹਨੂੰ ਰੱਖ ਹੀ ਲੈਂਦੇ ਹਾਂ, ਉਸ ਕਿਹਾ ਤੇ ਮਮਤਾ ਮਈ ਨੇ ਬੀਰ ਨੂੰ ਆਪਣੇ ਨਾਲ ਘੁੱਟ ਲਿਆ। ਡੱਬ ਖੜੱਬਾ ਕਤੂਰਾ ਹੁਣ ਹਮੇਸ਼ਾ ਬੀਰ ਕੋਲ ਹੀ ਰਹੂ, ਇਹ ਕੋਈ ਨਿੱਕੀ ਗੱਲ ਨਹੀਂ ਸੀ। ਭਾਗ 11। ਬੀਰ ਦੀ ਸਕੂਲ ਦੀ ਕਿਤਾਬ ਵਿੱਚ ਇੱਕ ਕੁੱਤੇ ਦੀ ਕਹਾਣੀ ਸੀ। ਉਸ ਕਤੂਰੇ ਦਾ ਨਾਮ ਮੋਤੀ ਸੀ। ਉਹਨੇ ਆਪਣੇ ਕਤੂਰੇ ਦਾ ਨਾਮ ਵੀ ਮੋਤੀ ਰੱਖ ਲਿਆ। ਉਹਨੇ ਕਤੂਰੇ ਨੂੰ ਮੋਤੀ ਮੋਤੀ ਕਹਿ ਕੇ ਆਵਾਜ਼ ਦਿੱਤੀ। ਕਤੂਰਾ ਖਿੱਦੋ ਨਾਲ ਖੇਡ ਰਿਹਾ ਸੀ। ਉਹ ਖੇਡਦਾ ਹੀ ਰਿਹਾ। ਉਹਨੂੰ ਪਤਾ ਹੀ ਨਹੀਂ ਸੀ ਕਿ ਉਹਦਾ ਨਾਮ ਮੋਤੀ ਹੈ। ਹੌਲੀ ਹੌਲੀ ਕਤੂਰੇ ਨੂੰ ਵੀ ਆਪਣੇ ਨਾਮ ਦਾ ਪਤਾ ਲੱਗ ਗਿਆ। ਕੋਈ ਕਤੂਰੇ ਨੂੰ ਮੋਤੀ ਕਹਿ ਕੇ ਆਵਾਜ਼ ਦਿੰਦਾ ਤਾਂ ਉਹਦੇ ਕੰਨ ਖੜੇ ਹੋ ਜਾਂਦੇ। ਉਹ ਨੱਸ ਕੇ ਆਵਾਜ਼ ਦੇਣ ਵਾਲੇ ਕੋਲ ਪਹੁੰਚ ਜਾਂਦਾ ਤੇ ਉਹਦੇ ਦੁਆਲੇ ਲੂਰੀਆਂ ਲੈਣ ਲੱਗ ਪੈਂਦਾ। ਮੋਤੀ ਹੌਲੀ ਹੌਲੀ ਵੱਡਾ ਹੋ ਰਿਹਾ ਸੀ। ਇਹ ਉਹਦੇ ਸਿੱਖਣ ਦੀ ਉਮਰ ਸੀ। ਬੀਰ ਉਹਨੂੰ ਬਹੁਤ ਕੁਝ ਸਿਖਾਉਣਾ ਚਾਹੁੰਦਾ ਸੀ, ਪਰ ਮੋਤੀ ਆਪਣੀ ਮਨ ਮਰਜ਼ੀ ਕਰਦਾ ਸੀ। ਬੀਰ ਕੋਲੋਂ ਕੁਝ ਵੀ ਨਹੀਂ ਸੀ ਸਿੱਖ ਰਿਹਾ। ਇੱਕ ਦਿਨ ਬੀਰ ਨੇ ਖਿੱਦੋ ਦੂਰ ਵਗਾ ਮਾਰਿਆ ਤੇ ਮੋਤੀ ਨੂੰ ਚੁੱਕ ਕੇ ਲਿਆਉਣ ਲਈ ਆਖਿਆ। ਮੋਤੀ ਖਿੱਦੋ ਪਿੱਛੇ ਦੌੜਿਆ ਵੀ, ਪਰ ਖਿੱਦੋ ਕੋਲ ਪਹੁੰਚ ਕੇ ਖਿੱਦੋ ਦੁਆਲੇ ਟਪੂਸੀਆਂ ਮਾਰਨ ਲੱਗ ਪਿਆ। ਫਿਰ ਉਹਨੇ ਖਿੱਦੋ ਨੂੰ ਨੌਂਦਰਾਂ ਤੇ ਦੰਦਾਂ ਨਾਲ ਉਧੇੜ ਦਿੱਤਾ। ਮੋਤੀ ਜਿਉਂ-ਜਿਉਂ ਵੱਡਾ ਹੋ ਰਿਹਾ ਸੀ, ਉਹਦੀਆਂ ਖਰਮਸਤੀਆਂ ਵੱਧ ਰਹੀਆਂ ਸਨ। ਇੱਕ ਦਿਨ ਉਹ ਘਰ ਆਏ ਪ੍ਰਾਹੁਣੇ ਦੀ ਜੁੱਤੀ ਕਿਧਰੇ ਦੂਰ ਸੁੱਟ ਆਇਆ। ਇੱਕ ਦਿਨ ਹੋਰ ਹਰਨਾਮ ਕੌਰ ਨੇ ਬੀਰ ਲਈ ਖਾਣਾ ਪਰੋਸਿਆ ਤਾਂ ਮੋਤੀ ਅਗਾਂਹ ਹੋ ਕੇ ਆਪ ਖਾਣ ਲੱਗ ਪਿਆ। ਇੱਕ ਸਵੇਰ ਹਰਨਾਮ ਕੌਰ ਨੇ ਘਰ ਦੇ ਮੈਲੇ ਕੱਪੜੇ ਧੋ ਕੇ ਸੁੱਕਣ ਲਈ ਤਣੀ ਉੱਤੇ ਪਾ ਦਿੱਤੇ। ਇੱਕ ਕੱਪੜਾ ਮੋਤੀ ਦੇ ਕਾਬੂ ਆ ਗਿਆ। ਮੋਤੀ ਨੇ ਉਹ ਕੱਪੜਾ ਲੀਰਾਂ ਲੀਰਾਂ ਕਰ ਦਿੱਤਾ। ਇੱਕ ਰਾਤ ਤਾਂ ਅੱਤ ਹੀ ਹੋ ਗਈ। ਮੋਤੀ ਨੇ ਬਲਦਾ ਹੋਇਆ ਦੀਵਾ ਟੇਢਾ ਕਰ ਦਿੱਤਾ। ਨੇੜੇ ਪਈਆਂ ਵਸਤਾਂ ਲੱਟ ਲੱਟ ਮੱਚਣ ਲੱਗ ਪਈਆਂ। ਪੂਰਾ ਘਰ ਅੱਗ ਦੀ ਲਪੇਟ ਵਿੱਚ ਆ ਜਾਣਾ ਸੀ, ਪਰ ਬਚਾਅ ਹੋ ਗਿਆ। ਵੇਲੇ ਨਾਲ ਅੱਗ ਬੁਝਾ ਦਿੱਤੀ ਗਈ। ਮੋਤੀ ਬਹੁਤ ਨੁਕਸਾਨ ਕਰਨ ਲੱਗ ਪਿਆ ਸੀ। ਘਰ ਦੇ ਜੀਅ ਉਹਦੇ ਤੋਂ ਤੰਗ ਪੈ ਗਏ। ਇੱਕ ਸ਼ਾਮ ਮੋਤੀ ਨੇ ਬੀਰ ਦੀ ਕਿਤਾਬ ਪੱਤਰਾ ਪਾੜ ਦਿੱਤੀ। ਹਰਨਾਮ ਕੌਰ ਤੇ ਵਤਨ ਸਿੰਘ ਨੇ ਆਪਸ ਵਿੱਚ ਸਲਾਹ ਕੀਤੀ ਕਿ ਮੋਤੀ ਨੂੰ ਘਰੋਂ ਕੱਢ ਦਿੱਤਾ ਜਾਵੇ। ਦੋਹਾਂ ਨੂੰ ਬੀਰ ਦੇ ਵਿਰੋਧ ਦਾ ਸੰਸਾ ਸੀ। ਉਹਨਾਂ ਬੀਰ ਨੂੰ ਬਿਠਾ ਕੇ ਤਹਮਲ ਨਾਲ ਸਮਝਾਇਆ। ਉਹ ਹੈਰਾਨ ਹੋਏ ਕਿ ਬੀਰ ਨੇ ਬਹੁਤਾ ਵਿਰੋਧ ਨਹੀਂ ਸੀ ਕੀਤਾ। ਅਣਮੰਨੇ ਮਨ ਨਾਲ ਉਹ ਮੋਤੀ ਨੂੰ ਘਰੋਂ ਭੇਜਣਾ ਮੰਨ ਗਿਆ। ਵਤਨ ਸਿੰਘ ਜਾਣਦਾ ਸੀ ਮੋਤੀ ਨੂੰ ਪਿੰਡ ਵਿੱਚ ਕਿਧਰੇ ਵੀ ਨਹੀਂ ਸੀ ਛੱਡਿਆ ਜਾ ਸਕਦਾ। ਉਹਨੇ ਮੁੜ ਘਰ ਪਹੁੰਚ ਜਾਣਾ ਸੀ। ਕਿਸੇ ਦੂਸਰੇ ਪਿੰਡੋਂ ਵੀ ਮੋਤੀ ਨੇ ਵਾਪਸ ਆ ਜਾਣਾ ਸੀ। ਉਹਨੇ ਰਾਹ ਨਹੀਂ ਸੀ ਭੁੱਲਣਾ। ਉਹਦੀ ਸੁੰਘਣ ਸ਼ਕਤੀ ਵੀ ਤੇਜ਼ ਸੀ। ਵਤਨ ਸਿੰਘ ਨੇ ਸਿੱਕੇ ਬੰਦ ਕੰਮ ਕੀਤਾ। ਉਹਨੇ ਮੋਤੀ ਨੂੰ ਬੋਰੀ ਵਿੱਚ ਪਾ ਕੇ ਬੋਰੀ ਦਾ ਮੂੰਹ ਸੇਬੇ ਨਾਲ ਬੰਨ੍ਹ ਦਿੱਤਾ। ਬੋਰੀ ਸਾਈਕਲ ਉੱਤੇ ਰੱਖ ਕੇ ਉਹ ਘਰੋਂ ਚਲਿਆ ਗਿਆ। ਉਸ ਦਿਨ ਉਹ ਸੋਤੇ ਪਏ ਘਰ ਪਰਤਿਆ। ਉਸ ਦੇ ਦਿਨ ਭਰ ਦੇ ਪੈਂਡੇ ਤੋਂ ਇਹੋ ਜਾਪਦਾ ਸੀ ਕਿ ਮੋਤੀ ਨੂੰ ਕਿਧਰੇ ਦੂਰ ਛੱਡ ਕੇ ਆਇਆ ਸੀ। ਉੱਥੋਂ ਹੁਣ ਮੋਤੀ ਨੇ ਵਾਪਸ ਨਹੀਂ ਸੀ ਮੁੜਨਾ। ਉਸ ਰਾਤ ਘਰ ਦੇ ਜੀਅ ਚੁੱਪ-ਚੁੱਪ ਸਨ। ਉਸ ਰਾਤ ਉਹ ਉਦਾਸ ਵੀ ਸਨ। ਉਸ ਰਾਤ ਬੀਰ ਨੇ ਮਾਂ ਕੋਲੋਂ ਬਾਤ ਸੁਣਨ ਦੀ ਜ਼ਿੱਦ ਨਹੀਂ ਸੀ ਕੀਤੀ। ਭਾਗ 12। ਅਗਲੀ ਸਵੇਰ ਦਾ ਪਹੁ ਫਟਾਲਾ ਕੁਝ ਹੋਰੋਂ ਜਿਹਾ ਸੀ। ਉਸ ਸਵੇਰ ਮੋਤੀ ਟਪੂਸਣੀ ਮਾਰ ਕੇ ਬੀਰ ਦੇ ਬਿਸਤਰੇ ਉੱਤੇ ਨਹੀਂ ਸੀ ਚੜਿਆ। ਉਸ ਸਵੇਰ ਮੋਤੀ ਨੇ ਬੀਰ ਨਾਲ ਲਾਡ ਵੀ ਨਹੀਂ ਸੀ ਕੀਤਾ। ਉਸ ਸਵੇਰ ਵਤਨ ਸਿੰਘ ਤੇ ਹਰਨਾਮ ਕੌਰ ਨੂੰ ਘਰ ਸੁੰਨਸਾਨ ਜਿਹਾ ਜਾਪਿਆ ਸੀ।
ਮੋਤੀ ਘਰ ਦੀ ਰੌਣਕ ਸੀ। ਸਾਰਾ ਦਿਨ ਮੋਤੀ ਮੋਤੀ ਦੀਆਂ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਸਨ। ਮੋਤੀ ਉਸ ਘਰ ਦਾ ਖਿਡੌਣਾ ਸੀ। ਹੌਲੀ ਹੌਲੀ ਉਹ ਉਦਰੇਵੇਂ ਵਿੱਚ ਮੋਤੀ ਨੂੰ ਯਾਦ ਕਰਨ ਲੱਗ ਪਏ। ਮੋਤੀ ਮਾਸੂਮ ਸੀ, ਸ਼ਰਾਰਤਾਂ ਕਰਦਾ ਪਿਆਰਾ ਲੱਗਦਾ ਸੀ। ਮੋਤੀ ਲਈ ਵਸਤਾਂ ਦੀ ਭੰਨ ਤੋੜ ਵੀ ਖੇਡ ਵਾਂਗੂ ਸੀ। ਉਹਨੂੰ ਚੰਗੀ ਮਾੜੀ ਗੱਲ ਦਾ ਕੀ ਪਤਾ। ਵਤਨ ਸਿੰਘ ਤੇ ਹਰਨਾਮ ਕੌਰ ਨੇ ਇੱਕ ਦੂਜੇ ਨੂੰ ਬੋਲ ਕੇ ਨਹੀਂ ਸੀ ਦੱਸਿਆ, ਪਰ ਉਹ ਦੋਵੇਂ ਆਪਣੇ ਕੀਤੇ ਉੱਤੇ ਪਛਤਾ ਰਹੇ ਸਨ। ਉਹਨਾਂ ਨੂੰ ਇੱਕ ਹੋਰ ਫਿਕਰ ਵੀ ਖਾ ਰਿਹਾ ਸੀ। ਮੋਤੀ ਨੂੰ ਗਲੀਆਂ ਦੇ ਕੁੱਤਿਆਂ ਵਾਂਗੂ ਘਰ ਘਰ ਜਾ ਕੇ ਰੋਟੀ ਮੰਗਣ ਦੀ ਜਾਚ ਨਹੀਂ ਸੀ। ਮੰਗਣ ਦੀ ਜਾਚ ਸਿੱਖਣ ਤੋਂ ਪਹਿਲਾਂ ਹੀ ਮੋਤੀ ਨੂੰ ਵੀਰ ਘਰ ਲੈ ਆਇਆ ਸੀ। ਕਿਧਰੇ ਭੁੱਖ ਮੋਤੀ ਦੀ ਜਾਨ ਹੀ ਨਾ ਲੈ ਲਵੇ। ਉਹਨਾਂ ਦਿਲੋਂ ਚਾਹਿਆ ਕਿ ਮੋਤੀ ਘਰ ਵਾਪਸ ਆ ਜਾਵੇ। ਉਹ ਮੋਤੀ ਦੇ ਮੁੜਨ ਦੀ ਆਸ ਲੈ ਕੇ ਉਹਨੂੰ ਉਡੀਕਣ ਲੱਗ ਪਏ। ਇੱਕ ਦਿਨ ਵੀਰ ਨੇ ਹਰਨਾਮ ਕੌਰ ਨਾਲ ਸੁਭੌਕੀ ਗੱਲ ਕੀਤੀ। ਮਾਂ, ਮੈਨੂੰ ਲੱਗਦਾ ਹੈ ਮੋਤੀ ਨੂੰ ਕਿਸੇ ਨੇ ਰੱਖ ਲਿਆ ਹੋਊ। ਹਾਂ, ਸ਼ਾਇਦ। ਵੀਰ ਦੀ ਇੰਨੀ ਕੁ ਗੱਲ ਵਿੱਚ ਮਾਂ ਨੂੰ ਟੀਸ ਲੁਕੀ ਹੋਈ ਜਾਪੀ। ਉਹਨੇ ਵਤਨ ਸਿੰਘ ਨਾਲ ਗੱਲ ਕੀਤੀ ਤਾਂ ਉਹ ਵੀ ਉਦਾਸ ਹੋ ਗਿਆ। ਇੱਕ ਸਵੇਰ ਉਹ ਮੋਤੀ ਨੂੰ ਲੱਭਣ ਤੁਰ ਪਿਆ। ਦੂਰ ਦੇ ਜਿਸ ਪਿੰਡ ਵਤਨ ਸਿੰਘ ਮੋਤੀ ਨੂੰ ਛੱਡ ਕੇ ਆਇਆ ਸੀ, ਉੱਥੇ ਵਤਨ ਸਿੰਘ ਦਾ ਇੱਕ ਦੋਸਤ ਰਹਿੰਦਾ ਸੀ। ਉਹਨੇ ਜਾ ਕੇ ਸਾਰੀ ਗੱਲ ਉਹਨੂੰ ਦੱਸੀ। ਦੋਵੇਂ ਦੋਸਤ ਕਤੂਰੇ ਨੂੰ ਲੱਭਣ ਤੁਰ ਪਏ। ਉਹਨਾਂ ਉਸ ਪਿੰਡ ਦੀਆਂ ਗਲੀਆਂ ਕੱਚੀਆਂ, ਕਈਆਂ ਲੋਕਾਂ ਨੂੰ ਪੁੱਛਿਆ, ਕਿਧਰੇ ਵੀ ਮੋਤੀ ਦਾ ਕੋਈ ਸੁਰਾਗ ਨਹੀਂ ਸੀ। ਭਾਗ 13। ਮੋਤੀ ਦੇ ਆਉਣ ਦੀ ਆਸ ਮੁੱਕੀ ਹੋਈ ਸੀ। ਬੋਰੀ ਵਿੱਚ ਬੰਦ ਕਤੂਰੇ ਨੂੰ ਕੀ ਪਤਾ ਕਿ ਉਹਦੇ ਘਰ ਦਾ ਰਾਹ ਕਿਹੜਾ ਸੀ। ਵੀਰ ਅਲਾਣੇ ਮੰਜੇ ਉੱਤੇ ਚੌਂਕੜੀ ਮਾਰ ਕੇ ਬੈਠਾ ਹੋਇਆ ਸੀ। ਉਹ ਫੱਟੀ ਉੱਤੇ ਖੁਸ਼ ਖਤ ਲਿਖਾਈ ਲਿਖ ਰਿਹਾ ਸੀ। ਹੁੱਜ ਨਾਲ ਟੁੱਕਾ ਹੋਇਆ ਬਾਹਰਲਾ ਬੂਹਾ ਖੁੱਲਿਆ। ਮੋਤੀ ਨੇ ਬਰੂਹਾਂ ਅੰਦਰ ਪੈਰ ਧਰਿਆ। ਵੀਰ ਨੇ ਫੱਟੀ ਉੱਤੋਂ ਨਜ਼ਰਾਂ ਚੁੱਕ ਕੇ ਬਾਹਰਲੇ ਬੂਹੇ ਵੱਲ ਵੇਖਿਆ। ਉਹਨੂੰ ਆਪਣੀਆਂ ਅੱਖਾਂ ਉੱਤੇ ਯਕੀਨ ਹੀ ਨਾ ਆਇਆ ਕਿ ਅੰਦਰ ਆਉਣ ਵਾਲਾ ਕਤੂਰਾ ਮੋਤੀ ਸੀ। ਮੋਤੀ ਨੇ ਪਤਾ ਨਹੀਂ ਕਿੰਨੀਆਂ ਕੁ ਭੁੱਖਾਂ ਝੱਲੀਆਂ ਸਨ ਤੇ ਕਿੰਨੀਆਂ ਕੁ ਤੇਹਾਂ। ਉਹ ਡਿੱਗੂ ਡਿੱਗੂ ਕਰਦਾ ਤੁਰ ਰਿਹਾ ਸੀ। ਉਹਦੇ ਕਦਮ ਡੋਲ ਰਹੇ ਸਨ। ਉਹ ਡਿੱਗਿਆ ਤੇ ਉੱਠ ਕੇ ਫਿਰ ਤੁਰ ਪਿਆ। ਵੀਰ ਨੇ ਫੱਟੀ ਪਰਾਂ ਰੱਖੀ ਤੇ ਕਾਹਲੀ ਨਾਲ ਮੰਜੇ ਤੋਂ ਉਤਰਿਆ। ਵੀਰ ਨੂੰ ਵੇਖ ਕੇ ਮੋਤੀ ਨੂੰ ਪਿਛਲੇ ਦਿਨਾਂ ਦੀ ਭੁੱਖ ਤੇ ਭੁੱਲ ਗਈ। ਉਹਦੇ ਸਰੀਰ 'ਚ ਨਵੀਂ ਤਾਕਤ ਆ ਗਈ। ਉਹ ਵੀਰ ਵੱਲ ਨੱਸਿਆ। ਅਗਲੇ ਪੈਰ ਚੁੱਕ ਕੇ ਉਹ ਵੀਰ ਨਾਲ ਚੰਬੜ ਗਿਆ। ਮੋਤੀ ਨੂੰ ਨਰੋਆ ਹੁੰਦਿਆਂ ਕੁਝ ਦਿਨ ਲੱਗ ਗਏ। ਘਰ ਵਿੱਚ ਰੌਣਕ ਪਰਤ ਆਈ। ਮੋਤੀ ਪਹਿਲਾਂ ਵਾਂਗੂ ਹੀ ਸ਼ਰਾਰਤੀ ਹੋ ਗਿਆ। ਉਹ ਪਹਿਲਾਂ ਵਾਂਗੂ ਹੀ ਵਸਤਾਂ ਦੀ ਭੰਨ ਤੋੜ ਕਰਨ ਲੱਗ ਪਿਆ। ਇੱਕ ਦਿਨ ਹਰਨਾਮ ਕੌਰ ਦਾ ਛੋਟਾ ਭਰਾ ਗੁਰਨਾਮ ਸਿੰਘ ਭੈਣ ਨੂੰ ਮਿਲਣ ਆ ਗਿਆ। ਉਹ ਫੌਜ ਵਿੱਚ ਸੀ ਤੇ ਕੁਝ ਦਿਨਾਂ ਲਈ ਛੁੱਟੀ ਆਇਆ ਹੋਇਆ ਸੀ। ਵਤਨ ਸਿੰਘ ਨੇ ਗੁਰਨਾਮ ਸਿੰਘ ਨੂੰ ਮੋਤੀ ਦੀਆਂ ਖਰਮਸਤੀਆਂ ਦੀ ਪੂਰੀ ਕਹਾਣੀ ਸੁਣਾਈ। ਉਹਨੇ ਇਹ ਵੀ ਦੱਸਿਆ ਕਿ ਉਹ ਹੁਣ ਮੋਤੀ ਨੂੰ ਘਰੋਂ ਨਹੀਂ ਕੱਢਣਾ ਚਾਹੁੰਦੇ, ਪਰ ਉਹਦੇ ਤੋਂ ਔਖੇ ਵੀ ਬਹੁਤ ਸਨ। ਉਹ ਬੇਜ਼ੁਬਾਨ ਤੁਹਾਨੂੰ ਪਿਆਰ ਕਰਦਾ ਹੈ, ਤਾਂ ਹੀ ਰਾਹ ਖਹਿੜਾ ਲੱਭ ਕੇ ਵਾਪਸ ਤੁਹਾਡੇ ਕੋਲ ਪਹੁੰਚਿਆ ਹੈ। ਸਾਨੂੰ ਪਤਾ ਹੈ, ਅਸੀਂ ਵੀ ਤਿੰਨੇ ਜੀ ਬਹੁਤ ਪਿਆਰ ਕਰਦੇ ਹਾਂ ਮੋਤੀ ਨੂੰ, ਪਰ ਉਹ ਸਿੱਖਦਾ ਕੁਝ ਨਹੀਂ, ਬਹੁਤ ਨੁਕਸਾਨ ਕਰਦਾ ਹੈ। ਸਾਨੂੰ ਤਾਂ ਕੁਝ ਪਤਾ ਨਹੀਂ ਲੱਗਦਾ ਕਿ ਕੀ ਕਰੀਏ ਉਹਦਾ। ਵਤਨ ਸਿੰਘ ਪਰੇਸ਼ਾਨ ਸੀ। ਭਾਊ ਜੀ, ਐਵੇਂ ਪਰੇਸ਼ਾਨ ਨਾ ਹੋਵੋ, ਤੁਸੀਂ ਵੇਖ ਲਿਓ, ਭਾਵੇਂ ਕੁਝ ਦਿਨਾਂ ਵਿੱਚ ਹੀ ਮੋਤੀ ਚੰਗਾ ਕੁੱਤਾ ਬਣ ਜੂ। ਗੁਰਨਾਮ ਸਿੰਘ ਨੇ ਵਤਨ ਸਿੰਘ ਨੂੰ ਧਰਵਾਸ ਦੇ ਬੋਲ ਕਹੇ। ਵਤਨ ਸਿੰਘ ਫਿੱਕਾ ਜਿਹਾ ਹੱਸਿਆ। ਕਿਸ ਤਰ੍ਹਾਂ, ਕੋਈ ਜਾਦੂ ਆਉਂਦਾ ਏ ਤੈਨੂੰ? ਹਾਂ, ਜਾਦੂ ਆਉਂਦਾ ਹੈ ਮੈਨੂੰ। ਗੁਰਨਾਮ ਸਿੰਘ ਵੀ ਹੱਸਿਆ। ਮੈਂ ਸਮਝਿਆ ਨਹੀਂ। ਗੁਰਨਾਮ ਸਿੰਘ ਫੌਜ ਵਿੱਚ ਕੁੱਤਿਆਂ ਨੂੰ ਸਿਖਲਾਈ ਦੇਣ ਦਾ ਕੰਮ ਕਰਦਾ ਸੀ। ਫੌਜ ਨੇ ਕੁੱਤਿਆਂ ਕੋਲੋਂ ਕਈ ਤਰ੍ਹਾਂ ਦੇ ਕੰਮ ਲੈਣੇ ਹੁੰਦੇ ਨੇ। ਉਹ ਸਿਖਲਾਈ ਆਮ ਸਿਖਲਾਈ ਨਹੀਂ ਹੁੰਦੀ। ਮੋਤੀ ਨੂੰ ਤਾਂ ਬਸ ਕੁਝ ਚੰਗੀਆਂ ਗੱਲਾਂ ਦੀ ਸਿਖਲਾਈ ਹੀ ਦੇਣੀ ਸੀ ਉਹਨੇ। ਗੁਰਨਾਮ ਸਿੰਘ ਨੇ ਦੱਸਿਆ, ਵੇਖੋ ਭਾਊ ਜੀ, ਫੌਜ ਦੇ ਕੁੱਤਿਆਂ ਨੂੰ ਸਿਖਲਾਈ ਦੇਣਾ ਮੇਰਾ ਕਿੱਤਾ ਏ। ਮੈਂ ਭਲਕੇ ਆਪਣੇ ਪਿੰਡ ਵਾਪਸ ਜਾਣਾ ਸੀ, ਪਰ ਹੁਣ ਕੁਝ ਦਿਨ ਹੋਰ ਟਿਕ ਜਾਊਂ ਤੇ ਮੋਤੀ ਨੂੰ ਸੁਧਾਰ ਕੇ ਹੀ ਵਾਪਸ ਮੁੜੋ। ਗੁਰਨਾਮ ਸਿੰਘ ਨੇ ਉਸੇ ਦਿਨ ਤੋਂ ਮੋਤੀ ਦੀ ਸਿਖਲਾਈ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਵਿੱਚ ਹੀ ਮੋਤੀ ਚੰਗਾ ਕੁੱਤਾ ਬਣ ਗਿਆ। ਭਾਗ 14। ਦਿਨ ਮਹੀਨੇ ਬੀਤਦੇ ਰਹੇ। ਰੁੱਤ ਵੀ ਬਦਲੀ ਤੇ ਮੌਸਮ ਵੀ। ਵੀਰ ਨੇ ਦੂਜੀ ਜਮਾਤ ਪਾਸ ਕਰ ਲਈ। ਉਹਦੀ ਤੀਜੀ ਜਮਾਤ ਦੀ ਪੜ੍ਹਾਈ ਵੀ ਸ਼ੁਰੂ ਹੋ ਗਈ। ਮੋਤੀ ਨਿੱਕੇ ਨਿੱਕੇ ਕਤੂਰੇ ਤੋਂ ਨਰੋਆ ਕੁੱਤਾ ਬਣ ਗਿਆ। ਉਹ ਇੱਕ ਸਮਝਦਾਰ ਕੁੱਤਾ ਸੀ। ਉਹਦੀਆਂ ਮਾੜੀਆਂ ਆਦਤਾਂ ਕਦੋਂ ਦੀਆਂ ਮੁੱਕ ਗਈਆਂ ਸਨ। ਉਹ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਸੁਚੇਤ ਸੀ। ਉਹ ਮਾਲ ਡੰਗਰ ਦੀ ਰਾਖੀ ਚੰਗੀ ਤਰ੍ਹਾਂ ਕਰਦਾ ਸੀ। ਉਹ ਕਿਸੇ ਅਣਜਾਣ ਬੰਦੇ ਨੂੰ ਘਰ ਦੇ ਅੰਦਰ ਨਹੀਂ ਸੀ ਆਉਣ ਦਿੰਦਾ। ਹੁਣ ਉਹ ਘਰ 'ਚ ਗੰਦ ਵੀ ਨਹੀਂ ਸੀ ਪਾਉਂਦਾ। ਸਾਰੇ ਮੋਤੀ ਦੇ ਵਿਹਾਰ ਤੋਂ ਖੁਸ਼ ਸਨ। ਮੋਤੀ ਉਹਨਾਂ ਦਾ ਲਾਡਲਾ ਕੁੱਤਾ ਸੀ। ਇੱਕ ਦਿਨ ਖੱਬੇ ਪਾਸੇ ਵਾਲੇ ਗੁਆਂਢੀ ਉਲਾਮਾ ਦੇਣ ਆ ਗਏ। ਉਹਨਾਂ ਦੇ ਵਡੇਰੇ ਨੇ ਆਖਿਆ, ਭਾਊ ਵਤਨ ਸਿਆਂ, ਤੇਰਾ ਇਹ ਕੁੱਤਾ ਸਾਡੇ ਚੰਗੇ ਸਬੰਧਾਂ ਨੂੰ ਖਰਾਬ ਕਰੂ। ਉਹ ਹਰ ਰੋਜ਼ ਸਾਡੀ ਛੱਤ ਉੱਤੇ ਗੰਦ ਪਾ ਆਉਂਦਾ ਹੈ।
ਥਾਂ ਕੋ ਥਾਂ ਵੀ ਨਹੀਂ ਵੇਖਦਾ, ਹੱਗ ਦਿੰਦਾ। ਇੱਕ ਹੋਰ ਦਿਨ ਸੱਜੇ ਪਾਸੇ ਵਾਲੇ ਗੁਆਂਢੀ ਵੀ ਇਹੋ ਉਲਾਮਾ ਲੈ ਕੇ ਆ ਗਏ। ਵੇਖੋ ਤੁਹਾਡਾ ਘਰ ਕਿੰਨਾ ਸਾਫ਼ ਸੁਥਰਾ ਹੈ, ਗੰਦਗੀ ਫੈਲਾਉਣ ਨੂੰ ਕੀ ਸਾਡਾ ਹੀ ਘਰ ਰਹਿ ਗਿਆ? ਹੁਣ ਹੋਰ ਨਹੀਂ ਜਰਿਆ ਜਾਣਾ ਸਾਥੋਂ, ਆਪਣੇ ਕੁੱਤੇ ਨੂੰ ਸੰਗਲੀ ਪਾ ਕੇ ਰੱਖੋ। ਮੋਤੀ ਕਰਕੇ ਵਤਨ ਸਿੰਘ ਨੂੰ ਦੋਹਾਂ ਪਾਸਿਆਂ ਦੇ ਗੁਆਂਢੀਆਂ ਸਾਹਮਣੇ ਹੀਣਾ ਹੋਣਾ ਪਿਆ ਸੀ। ਗੁਆਂਢੀ ਬਹੁਤ ਦੇਰ ਤੱਕ ਚੁੱਪ ਰਹੇ ਸਨ, ਪਰ ਹੁਣ ਪਾਣੀ ਸਿਰ ਉੱਤੋਂ ਦੀ ਟੱਪ ਚੁੱਕਿਆ ਸੀ। ਗੁਆਂਢੀਆਂ ਦੀ ਉਲਾਮੇ ਪਿੱਛੋਂ ਹਰਨਾਮ ਕੌਰ ਮੱਥਾ ਫੜ ਕੇ ਬੈਠ ਗਈ ਸੀ। ਵਤਨ ਸਿੰਘ ਵੱਖਰਾ ਪਰੇਸ਼ਾਨ ਹੋਇਆ ਸੀ। ਹੁਣ ਫਿਰ ਕਿਸ ਤਰ੍ਹਾਂ ਕਰੀਏ? ਗੁਰਨਾਮ ਸਿੰਘ ਨੇੜੇ ਹੁੰਦਾ ਤਾਂ ਉਹਨੂੰ ਹੀ ਪੁੱਛ ਵਹਿੰਦੇ, ਉਹਦੀ ਛੁੱਟੀ ਤੱਕ ਤਾਂ ਨਹੀਂ ਉਡੀਕ ਸਕਦੇ ਆਪਾਂ, ਕੁਛ ਤਾਂ ਕਰਨਾ ਪਊ। ਵਤਨ ਸਿੰਘ ਨੇ ਹਰਨਾਮ ਕੌਰ ਸਾਹਵੇਂ ਗੱਲ ਕੀਤੀ। ਪਿੰਡ ਵਿੱਚ ਹੋਰਾਂ ਕਈਆਂ ਕੋਲ ਵੀ ਤਾਂ ਕੁੱਤੇ ਨੇ, ਉਹਨਾਂ ਨੂੰ ਹੀ ਪੁੱਛ ਵੇਖੋ। ਵਤਨ ਸਿੰਘ ਨੂੰ ਹਰਨਾਮ ਕੌਰ ਦੀ ਸਲਾਹ ਚੰਗੀ ਜਾਪੀ। ਜਦੋਂ ਉਹਨੇ ਕੁੱਤਿਆਂ ਵਾਲਿਆਂ ਨਾਲ ਗੱਲ ਕੀਤੀ ਤਾਂ ਹੈਰਾਨ ਹੋਇਆ, ਇਹੋ ਜਿਹਾ ਕੁਝ ਕਈਆਂ ਹੋਰਾਂ ਨਾਲ ਵੀ ਵਾਪਰਿਆ ਸੀ। ਸਕੂਲ ਦੀ ਛੁੱਟੀ ਪਿੱਛੋਂ ਵੀਰ ਬਸਤਾ ਚੁੱਕੀ ਘਰ ਵੜਿਆ ਤਾਂ ਵਤਨ ਸਿੰਘ ਨੇ ਉਹਨੂੰ ਆਪਣੇ ਕੋਲ ਬਿਠਾ ਲਿਆ। ਵੇਖ ਪੁੱਤਰ, ਹੁਣ ਤੂੰ ਵੱਡੀ ਜਮਾਤ ਵਿੱਚ ਹੋ ਗਿਆ, ਤੂੰ ਪਹਿਲਾਂ ਨਾਲੋਂ ਵੱਧ ਸਿਆਣਾ ਵੀ ਹੋ ਗਿਆ। ਜੇ ਤੂੰ ਕੁੱਤਾ ਰੱਖ ਹੀ ਲਿਆ ਤਾਂ ਕੁੱਤੇ ਵੱਲ ਆਪਣੀ ਜ਼ਿੰਮੇਵਾਰੀ ਵੀ ਪੂਰੀ ਕਰ। ਵੀਰ ਨੂੰ ਬਾਪੂ ਦੀ ਗੱਲ ਸਮਝ ਨਹੀਂ ਸੀ ਪਈ, ਉਹਨੇ ਅੱਖਾਂ ਝਮਕੀਆਂ। ਸਮਝ ਰਿਹਾ ਨਾ ਮੇਰੀ ਗੱਲ? ਨਹੀਂ, ਵੀਰ ਨੇ ਸਿਰ ਹਿਲਾਇਆ। ਵਤਨ ਸਿੰਘ ਹੱਸਣ ਲੱਗ ਪਿਆ। ਉਹਨੇ ਵੀਰ ਦੇ ਉੱਤੋਂ ਦੀ ਬਾਂਹ ਵਲਾ ਕੇ ਪਿਆਰ ਨਾਲ ਆਪਣੇ ਨਾਲ ਕੁੱਟਿਆ। ਤੂੰ ਬਸ ਇੰਨਾ ਕਰਿਆ ਕਰ, ਮੋਤੀ ਨੂੰ ਬਾਹਰ ਖੇਤੀ ਲੈ ਜਾਇਆ ਕਰ, ਉੱਥੇ ਉਹ ਹੌਲਾ ਹੋ ਲਿਆ ਕਰੂ, ਨਾਲੇ ਘੁੰਮ ਫਿਰ ਆਇਆ ਕਰੂ। ਇਹ ਤਾਂ ਕੋਈ ਔਖੀ ਗੱਲ ਨਹੀਂ ਬਾਪੂ ਜੀ, ਵੀਰ ਨੇ ਕਿਹਾ। ਜਦੋਂ ਮੈਂ ਬੇਲੀਆਂ ਨਾਲ ਪੀਲ ਪਲੰਗੜਾ ਖੇਡਣ ਜਾਂਦਾ ਵਾਂ, ਮੋਤੀ ਵੀ ਉਦੋਂ ਮੇਰੇ ਨਾਲ ਚਲਿਆ ਜਾਇਆ ਕਰੂ। ਭਾਗ 15। ਬਿਸਕੁਟੀ ਕੁੱਤੇ ਨੂੰ ਦਿਨਾਂ ਮਹੀਨਿਆਂ ਦਾ ਹਿਸਾਬ ਨਹੀਂ ਸੀ ਆਉਂਦਾ, ਪਰ ਉਹਨੂੰ ਇਹ ਪਤਾ ਸੀ ਕਿ ਜਦੋਂ ਕਤੂਰੇ ਵੱਡੇ ਹੋ ਜਾਣ ਉਹਨਾਂ ਨੂੰ ਆਪੋ ਆਪਣੇ ਰਾਹ ਤੁਰ ਪੈਣਾ ਚਾਹੀਦਾ ਹੈ। ਬਿਸਕੁਟੀ ਕੁੱਤੀ ਦੇ ਕਤੂਰੇ ਵੀ ਆਪੋ ਆਪਣੇ ਰਾਹ ਤੁਰ ਗਏ ਸਨ। ਬਿਸਕੁਟੀ ਕੁੱਤੀ ਨੇ ਚੰਗੀ ਮਾਂ ਵਾਂਗ ਉਹਨਾਂ ਨੂੰ ਜਿਉਣ ਦੀ ਜਾਚ ਦੱਸੀ ਸੀ। ਉਹ ਕੁੱਤੇ ਹੁਣ ਬਿਸਕੁਟੀ ਕੁੱਤੀ ਦੇ ਨਾਲ ਨਹੀਂ ਸਨ, ਉਹ ਆਪਣੀ ਦੇਖਭਾਲ ਆਪ ਕਰ ਰਹੇ ਸਨ। ਬਿਸਕੁਟੀ ਕੁੱਤੀ ਭਾਗਾਂ ਵਾਲੀ ਸੀ। ਉਸ ਵੇਲੇ ਉਹ ਕਿਸੇ ਉਜੜੀ ਹਵੇਲੀ ਦੀ ਪੁਰਾਣੀ ਖੁਰਲੀ 'ਚ ਬੈਠੀ ਹੋਈ ਸੀ। ਉਹਦੇ ਆਲੇ ਦੁਆਲੇ ਹੁਣ ਨਵੇਂ 4 ਕਤੂਰੇ ਸਨ। ਉਹ ਖੇਡ ਰਹੇ ਸਨ, ਆਪਸ ਵਿੱਚ ਗੁੱਥਮ ਗੁੱਥਾ ਹੋ ਰਹੇ ਸਨ। ਬਿਸਕੁਟੀ ਕੁੱਤੀ ਦਾ ਮੂੰਹ ਖੁੱਲਿਆ ਹੋਇਆ ਸੀ, ਉਹਦੀ ਲੰਮੀ ਜੀਭ ਮੂੰਹ ਤੋਂ ਬਾਹਰ ਲਟਕ ਰਹੀ ਸੀ। ਉਹ ਅੱਧ ਮੁੰਦੀਆਂ ਅੱਖਾਂ ਨਾਲ ਆਪਣੇ ਕਤੂਰਿਆਂ ਨੂੰ ਵੇਖ ਰਹੀ ਸੀ। ਇਹ ਉਹਦੇ ਸੁੱਖਾਂ ਦੇ ਪਲ ਸਨ। ਕਤੂਰੇ ਕੁਝ ਵੱਡੇ ਹੋ ਚੁੱਕੇ ਸਨ। ਉਹ ਕਤੂਰਿਆਂ ਨੂੰ ਆਤਮ ਨਿਰਭਰ ਹੋਣ ਦੀ ਜਾਚ ਸਿਖਾਉਣ ਲੱਗ ਪਈ ਸੀ। ਉਹ ਖੁਰਲੀ ਵਿੱਚੋਂ ਉੱਠ ਕੇ 4 ਕਤੂਰਿਆਂ ਨੂੰ ਆਪਣੇ ਨਾਲ ਲੈ ਤੁਰੀ। ਇੱਕ ਬੂਹਾ, ਦੂਜਾ ਬੂਹਾ, ਤੀਜਾ ਬੂਹਾ। ਉਹ ਪਤਾ ਨਹੀਂ ਕਿੰਨਵਾਂ ਬੂਹਾ ਸੀ ਜਿੱਥੋਂ ਉਹਨਾਂ ਨੂੰ ਭੋਜਨ ਮਿਲ ਗਿਆ। ਇੱਕ ਹੋਰ ਘਰ ਨੇ ਬਾਟੀ ਵਿੱਚ ਕਤੂਰਿਆਂ ਲਈ ਦੁੱਧ ਰੱਖ ਦਿੱਤਾ। ਕਤੂਰਿਆਂ ਨੇ ਲੱਪ ਲੱਪ ਕਰਕੇ ਦੁੱਧ ਪੀ ਲਿਆ। ਉਹ ਸਾਰੇ ਜਣੇ ਰੱਜ ਗਏ ਸਨ। ਬਿਸਕੁਟੀ ਕੁੱਤੀ ਤੇ ਉਹਦੇ ਕਤੂਰੇ ਵਾਪਸ ਖੁਰਲੀ ਵੱਲ ਤੁਰ ਪਏ। ਕੁੱਤੀ ਅਚਾਨਕ ਰੁਕ ਗਈ। ਉਸ ਰਾਹ ਤੋਂ ਇੱਕ ਗਲੀ ਖੱਬੇ ਮੁੜਦੀ ਸੀ। ਕਤੂਰਿਆਂ ਨੂੰ ਨਾਲ ਲੈ ਕੇ ਉਧਰ ਨੂੰ ਤੁਰ ਪਈ। ਉਸ ਘਰ ਅੱਗੇ ਪਹੁੰਚ ਕੇ ਰੁਕ ਗਈ। ਉਹ ਬੂਹਾ ਅੱਧਾ ਕੁ ਖੁੱਲਾ ਹੋਇਆ ਸੀ। ਅਚਾਨਕ ਇੱਕ ਕੁੱਤਾ ਅੱਧ ਖੁੱਲੇ ਪਿੱਤ ਵਿੱਚੋਂ ਬਾਹਰ ਆਇਆ ਤੇ ਬਰੂਹਾਂ 'ਚ ਖਲੋ ਗਿਆ। ਉਹ ਜ਼ੋਰ ਦੀ ਭੌਂਕਿਆ। ਕਤੂਰੇ ਡਰ ਕੇ ਬਿਸਕੁਟੀ ਕੁੱਤੀ ਦੇ ਪਿੱਛੇ ਹੋ ਗਏ। ਭਾਗ 16। ਸਕੂਲ ਵਿੱਚ ਅੱਧੇ ਦਿਨ ਦੀ ਛੁੱਟੀ ਹੋ ਗਈ। ਵੀਰ ਨੇ ਬਸਤਾ ਚੁੱਕਿਆ ਤੇ ਸਿੱਧਾ ਘਰ ਪਹੁੰਚ ਗਿਆ। ਮੋਤੀ ਹਮੇਸ਼ਾ ਵਾਂਗੂ ਉਹਨੂੰ ਅਗਾਂਹ ਹੋ ਕੇ ਮਿਲਿਆ ਤੇ ਫਿਰ ਉਹਦੇ ਦੁਆਲੇ ਲੂਰੀਆਂ ਲੈਣ ਲੱਗ ਪਿਆ। ਬਸਤਾ ਰੱਖ ਕੇ ਵੀਰ ਮੁੜ ਮੋਤੀ ਕੋਲ ਆ ਕੇ ਬੈਠ ਗਿਆ। ਅਚਨਚੇਤੀ ਮੋਤੀ ਦੇ ਕੰਨ ਖੜੇ ਹੋ ਗਏ। ਸ਼ਾਇਦ ਉਹਨੇ ਹਵਾ ਵਿੱਚੋਂ ਕੋਈ ਗੰਧ ਬੋਚ ਲਈ ਸੀ। ਆਪਸ ਵਿੱਚ ਖੇਡਦਿਆਂ ਕਈ ਵਾਰੀ ਵੀਰ ਨੂੰ ਪਿੱਛਾ ਛੁਡਾਉਣਾ ਔਖਾ ਹੋ ਜਾਂਦਾ ਸੀ। ਮੋਤੀ ਲਗਾਤਾਰ ਖੇਡੀ ਜਾਣਾ ਚਾਹੁੰਦਾ ਸੀ। ਮੋਤੀ ਅਚਾਨਕ ਛਾਲ ਮਾਰ ਕੇ ਵੀਰ ਤੋਂ ਪਰਾਂ ਹੋ ਗਿਆ ਤੇ ਬਾਹਰਲੇ ਬੂਹੇ ਵੱਲ ਦੌੜਿਆ। ਉਹਨੂੰ ਇਹ ਪਤਾ ਨਹੀਂ ਕੀ ਹੋ ਗਿਆ ਸੀ। ਵੀਰ ਮੋਤੀ ਦੀ ਹਰਕਤ ਉੱਤੇ ਹੈਰਾਨ ਸੀ। ਹਰਨਾਮ ਕੌਰ ਵੀਰ ਲਈ ਭੋਜਨ ਪਰੋਸ ਰਹੀ ਸੀ। ਭੋਜਨ ਪਰੋਸ ਕੇ ਉਸ ਹਾਕ ਮਾਰੀ, ਵੀਰ ਪੁੱਤ ਹੱਥ ਧੋ ਕੇ ਰੋਟੀ ਖਾ ਲੈ। ਵੀਰ ਉੱਠ ਕੇ ਨਲਕੇ ਵੱਲ ਚਲਿਆ ਗਿਆ। ਬਾਹਰਲੀਆਂ ਬਰੂਹਾਂ 'ਚ ਖਲੋ ਕੇ ਮੋਤੀ ਨੇ ਪੂਛ ਹਿਲਾਈ ਤੇ ਉੱਚੀ ਸਾਰੀ ਭੌਂਕਿਆ। ਬੂਹੇ ਦੇ ਬਾਹਰ ਬਿਸਕੁਟੀ ਕੁੱਤੀ ਖਲੋਤੀ ਹੋਈ ਸੀ। ਉਹਦੇ ਨਾਲ 4 ਕਤੂਰੇ ਸਨ। ਮੋਤੀ ਭੌਂਕਦਾ ਭੌਂਕਦਾ ਲਗਾਤਾਰ ਪੂਛ ਹਿਲਾ ਰਿਹਾ ਸੀ। ਉਹ ਬਰੂਹਾਂ ਵਿੱਚੋਂ ਛਾਲ ਮਾਰ ਕੇ ਉਹਨਾਂ ਵਿੱਚ ਪਹੁੰਚ ਗਿਆ। ਉਹਨੇ ਦੋਵੇਂ ਅਗਲੇ ਪੈਰ ਅਗਾਂਹ ਚੁੱਕੇ ਤੇ ਬਿਸਕੁਟੀ ਕੁੱਤੀ ਨਾਲ ਗੁੱਥਮ ਗੁੱਥਾ ਹੋ ਗਿਆ। ਬਿਸਕੁਟੀ ਕੁੱਤੀ ਨੇ ਵੀ ਅਗਲੇ ਪੈਰ ਉਹਦੇ ਦੁਆਲੇ ਵਲ ਦਿੱਤੇ। ਇਹ ਉਹਨਾਂ ਦੇ ਆਪਸੀ ਪਿਆਰ ਦਾ ਪ੍ਰਗਟਾਵਾ ਸੀ। ਮੇਲ ਦੇ ਉਹ ਪਲ ਖੁਸ਼ੀ ਦੇ ਪਲ ਸਨ। ਇਹ ਕੁੱਤੀ ਦੀ ਮੋਤੀ ਨਾਲ ਮਿੱਠੀ ਜਿਹੀ ਮਿਲਣੀ ਸੀ। ਬਿਸਕੁਟੀ ਕੁੱਤੀ ਅਚਾਨਕ ਉੱਥੋਂ ਤੁਰ ਪਈ। ਮੋਤੀ ਵੀ ਉਹਦੇ ਨਾਲ ਹੀ ਤੁਰ ਪਿਆ। ਦੋਹਾਂ ਦੇ ਪਿੱਛੇ ਪਿੱਛੇ 4 ਕਤੂਰੇ ਵੀ ਚੱਲ ਪਏ। ਗਲੀ ਦੇ ਮੋੜ ਕੋਲ ਜਾ ਕੇ ਮੋਤੀ ਖਲੋ ਗਿਆ। ਬਿਸਕੁਟੀ ਕੁੱਤੀ ਵੀ ਰੁਕ ਗਈ।
ਉਹਨੇ ਧੌਣ ਮੋੜ ਕੇ ਮੋਤੀ ਨਾਲ ਲਾਡ ਕੀਤਾ ਤੇ ਫਿਰ ਮੂੰਹ ਮੋੜ ਕੇ ਉੱਥੋਂ ਤੁਰ ਪਈ। ਮੋਤੀ ਪਿੱਛੇ ਮੁੜਿਆ ਤੇ ਸਹਿਜ ਤੋਰੇ ਵਾਪਸ ਘਰ ਆ ਗਿਆ। ਬਿਸਕੁਟੀ ਕੁੱਤੀ ਤੇ ਉਹਦੇ ਚਾਰੇ ਕਤੂਰੇ ਗਲੀ ਦਾ ਮੋੜ ਮੁੜ ਕੇ ਗੁੰਮ ਹੋ ਗਏ। ਬਈ ਧੰਨਵਾਦ। ਸਮਾਪਤ।